ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਰੇ ਰਲ ਮਿਲ ਕੇ ਆਪਣੇ ਕੌਮੀ ਵਿਰਸੇ ਦੀ ਗੱਲ ਕਰੀਏ, ਉਹਨਾਂ ਯੋਧਿਆਂ ਦੀ ਗਾਥਾ, ਉਹਨਾਂ ਸੂਰਮਿਆਂ ਦੀ ਜਿਨ੍ਹਾਂ ਬਾਬਤ ਆਪਾਂ ਗੱਲਬਾਤ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਹਾਂ ਕਿ ਕਿਸ ਢੰਗ ਦੇ ਨਾਲ ਇਹ ਖਾਲਸਾ ਪੰਥ ਕਿੱਥੋਂ ਪੈਦਾ ਹੋਇਆ, ਕਿਵੇਂ ਵਿਕਾਸ ਕੀਤਾ, ਕਿਵੇਂ ਅੱਗੇ ਤੁਰਿਆ, ਕਿਹੜੀਆਂ ਔਕੜਾਂ ਰਾਹ ਦੇ ਵਿੱਚ ਆਈਆਂ, ਕਿਹੜੀਆਂ ਮੁਸੀਬਤਾਂ ਨੂੰ ਸਰ ਕਰਦਾ ਹੋਇਆ ਤੁਰਿਆ। ਇਹਦੇ ਰਾਹ ਦੇ ਵਿੱਚ ਤੱਤੀਆਂ ਤਵੀਆਂ ਆਈਆਂ, ਆਰੇ ਆਏ, ਰੰਬੀਆਂ ਆਈਆਂ, ਜੰਗਲ ਆਏ, ਸਰਸਾ ਆਈ, ਅਟਕਾਂ ਨੂੰ ਅਟਕਾਉਂਦਾ ਹੋਇਆ, ਮੰਜ਼ਲਾਂ ਨੂੰ ਸਰ ਕਰਦਾ ਹੋਇਆ ਕਿਵੇਂ ਆਪਣੀ ਮੰਜ਼ਲੇ ਮਕਸੂਦ ਤੱਕ ਪਹੁੰਚਿਆ। ਬੜੀਆਂ ਵੱਡੀਆਂ ਮੁਸੀਬਤਾਂ, ਸਿਰਾਂ ਦੇ ਮੁੱਲ ਪਏ, ਖੋਪਰੀਆਂ ਲਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਬੰਦ ਕੱਟੇ ਗਏ। ਕਿਹੜਾ ਉਹ ਜ਼ੁਲਮ ਸੀ ਜਿਹੜਾ ਨਹੀਂ ਸਹਿਆ, ਕਿਹੜੀ ਉਹ ਸੱਟ ਸੀ ਜਿਹੜੀ ਇਹਦੇ ਉੱਤੇ ਨਹੀਂ ਪਈ, ਤੇ ਕਿਹੜਾ ਉਹ ਹਾਕਮ ਸੀ ਜਿਹਨੇ ਇਹ ਐਲਾਨ ਨਹੀਂ ਕੀਤਾ ਕਿ ਮੈਂ ਇਸ ਕੌਮ ਨੂੰ ਸਦਾ ਲਈ ਖਤਮ ਕਰਨਾ ਹੈ। ਜਿਹੜਾ ਤਖ਼ਤ ਤੇ ਆਉਂਦਾ ਸੀ ਉਹਨੂੰ ਇਹ ਲੱਗਦਾ ਸੀ ਪਿਛਲੇ ਜਿਹੜੇ ਮੇਰੇ ਤੋਂ ਪਹਿਲਾਂ ਆਏ ਨੇ ਸ਼ਾਇਦ ਉਹਨਾਂ ਤੋਂ ਗੱਲ ਬਣੀ ਨਹੀਂ, ਸ਼ਾਇਦ ਉਹਨਾਂ ਤੋਂ ਉਹ ਕੰਮ ਹੋਏ ਨਹੀਂ ਜਿਹੜੇ ਮੈਂ ਕਰੂੰਗਾ। ਜ਼ਕਰੀਆ ਖਾਨ ਵਰਗੇ, ਮੋਮਨ ਖਾਂ ਵਰਗੇ, ਮੀਰ ਮੰਨੂ ਵਰਗੇ, ਨਾਦਰ, ਅਬਦਾਲੀ, ਉਦੋਂ ਪਹਿਲਾਂ ਸ਼ੁਰੂਆਤ ਜਹਾਂਗੀਰ ਵਰਗਿਆਂ ਤੋਂ ਹੋਈ ਹੈ। ਇੱਕ ਤੋਂ ਵੱਧ ਕੇ ਇੱਕ ਆਇਆ ਤੇ ਉਹਨੇ ਆਪਣਾ ਪੂਰਾ ਟਿੱਲ, ਜਿਹਨੂੰ ਆਪਾਂ ਅੱਡੀ ਚੋਟੀ ਦਾ ਜ਼ੋਰ ਕਹਿ ਦਿੰਦੇ ਹਾਂ, ਉਹ ਲਾਇਆ ਕਿ ਮੈਂ ਇਸ ਕੌਮ ਨੂੰ ਸਦਾ ਲਈ ਖਤਮ ਕਰਨਾ ਹੈ। ਕਿਹੜਾ ਉਹ ਜ਼ੁਲਮ ਸੀ ਜਿਹੜਾ ਸਿੱਖਾਂ ਨੇ ਆਪਣੇ ਪਿੰਡੇ ਤੇ ਨਹੀਂ ਹੰਢਾਇਆ, ਜਿਹੜੇ ਸੁਣ ਕੇ ਵੀ ਬੰਦਾ ਰੂਹ ਕੰਬ ਜਾਂਦੀ ਹੈ। ਇਹੋ ਜਿਹੇ ਜ਼ੁਲਮ ਆ ਜਿਹੜੇ ਆਮ ਤੌਰ ਤੇ ਗ੍ਰੰਥਾਂ 'ਚ ਲਿਖੇ ਹੋਏ ਨਾ ਵੀ ਨਰਕਾਂ ਦੇ ਵਿੱਚ ਐਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਆਹ ਡਰਾਵੇ ਲਈ, ਉਹ ਸਾਨੂੰ ਇਸੇ ਧਰਤੀ ਤੇ ਦਿੱਤੀਆਂ ਇਹਨਾਂ ਨੇ। ਕਿਹੜੇ ਕੜਾਹੇ ਤੇ ਜਿਨ੍ਹਾਂ 'ਚ ਨਹੀਂ ਤਲਿਆ ਗਿਆ, ਕਿਹੜਿਆਂ ਜੰਬੂਰਾਂ ਨਾਲ ਮਾਸ ਨਹੀਂ ਨੋਚਿਆ ਗਿਆ, ਖੋਪਰੀਆਂ ਨਹੀਂ ਲਾਈਆਂ ਗਈਆਂ, ਨਹੁੰ ਨਹੀਂ ਪੱਟੇ ਗਏ, ਅੱਖਾਂ ਨਹੀਂ ਕੱਢੀਆਂ ਗਈਆਂ, ਕੁੱਤਿਆਂ ਤੋਂ ਨਹੀਂ ਪੜਵਾਇਆ। ਕਿਹੜਾ ਜ਼ੁਲਮ ਸੀ ਇਸੇ ਧਰਤੀ ਦੇ ਉੱਤੇ ਸਹਿ ਕੇ ਇਸੇ ਧਰਤੀ ਨੂੰ ਸਵਰਗ ਬਣਾਉਣ ਦੇ ਲਈ ਉਹ ਯੋਧੇ ਲੜ ਰਹੇ ਸੀ। ਸੋ ਆਪਾਂ ਗੱਲ ਕਰ ਰਹੇ ਸੀ ਕੱਲ ਜਿੱਥੇ ਛੱਡੀ ਸੀ, ਸੁਬੇਗ ਸਿੰਘ ਤੇ ਸ਼ਹਬਾਜ਼ ਸਿੰਘ, ਦੋ ਉਹ ਸੂਰਮੇ ਬਾਪ ਪੁੱਤ ਜਿਹੜੇ ਸਰਕਾਰੀ ਠੇਕੇ ਲੈਂਦੇ ਤੇ, ਸਰਕਾਰੀ ਨੌਕਰ ਤੇ, ਪਰ ਜੇ ਕਿਤੇ ਆਹ ਕੁਰਬਾਨੀ ਉਹਨਾਂ ਦੇ ਹਿੱਸੇ ਨਾ ਆਉਂਦੀ, ਸ਼ਾਇਦ ਅੱਜ ਅਸੀਂ ਉਹਨਾਂ ਨੂੰ ਇਹ ਸਮਝਦੇ ਕਿ ਇਹ ਸਰਕਾਰੀ ਤੇ, ਜਿਵੇਂ ਕਿ ਸਾਡੇ 'ਚ ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ। ਕਿਉਂਕਿ ਰਾਜਨੀਤਿਕ ਸੂਝ-ਬੂਝ ਦੀ ਅੱਜ ਸਾਡੇ ਵਿੱਚ ਬਹੁਤ ਘਾਟ ਹੈ, ਉਦੋਂ ਨਹੀਂ ਸੀ। ਉਦੋਂ ਸਿੱਖ ਹਰ ਫੈਸਲਾ ਬਹੁਤ ਸੋਚ ਵਿਚਾਰ ਕੇ ਕਰਦੇ ਤੇ ਆਪਾਂ ਨਾਲ ਸਾਂਝ ਕਰਾਂਗੇ। ਕੱਲ੍ਹ ਹੀ ਮੇਰੇ ਇੱਕ ਗੱਲ ਦਿਮਾਗ 'ਚ ਆਈ ਕਿ ਆਪਾਂ ਨਾਲ ਉਹਨਾਂ 11 ਮਿਸਲਾਂ ਦਾ ਇਤਿਹਾਸ ਵੀ ਸਾਂਝਾ ਕਰਾਂਗੇ। ਕੋਸ਼ਿਸ਼ ਕਰਿਆ ਕਰਾਂਗੇ ਕਿ ਇੱਕ ਦਿਨ ਆਪਾਂ ਇੱਕ ਮਿਸਲ ਦਾ ਇਤਿਹਾਸ ਹੈ ਜਿਹੜਾ ਉਹ ਥੋੜ੍ਹਾ ਸਾਂਝਾ ਕਰੀਏ, ਤਾਂ ਕਿ ਉਹਦੇ ਜਥੇਦਾਰ ਬਾਰੇ ਤੇ ਉਸ ਮਿਸਲ ਦੇ ਕੰਮਾਂ ਕਾਰਾਂ ਬਾਰੇ ਆਪਾਂ ਨੂੰ ਨੌਲੇਜ ਹੋ ਜਾਵੇ। ਕੋਸ਼ਿਸ਼ ਹੋਊਗੀ ਕਿ ਇੱਕ ਦਿਨ ਆਪਾਂ ਇਹ ਲੜੀ ਤੋਰਿਆ ਕਰੀਏ ਤੇ ਨਾਲ ਇਤਿਹਾਸ ਦੀ ਸਾਂਝ ਕਰਿਆ ਕਰੀਏ ਕਿ ਮਿਸਲਾਂ ਕੌਣ ਸੀ, ਕੀ ਕੀਤਾ ਉਹਨਾਂ ਨੇ। ਸੰਖੇਪ ਦੇ ਵਿੱਚ ਉਹਨੂੰ ਵੀ ਆਪਾਂ ਸਾਂਝ ਕਰਾਂਗੇ ਆਪ ਜੀ ਨਾਲ। ਸੋ ਸੁਬੇਗ ਸਿੰਘ ਤੇ ਸ਼ਹਬਾਜ਼ ਸਿੰਘ ਨੂੰ ਆਪਾਂ ਕੱਲ੍ਹ ਗੱਲ ਕੀਤੀ ਹੈ ਕਿ ਚਰਖੜੀਆਂ ਤੇ ਚਾੜ੍ਹਨ ਦਾ ਹੁਕਮ ਦੇ ਦਿੱਤਾ ਗਿਆ, ਔਰ ਮੈਂ ਪਹਿਲਾਂ ਵੀ ਇਹ ਤੁਹਾਨੂੰ ਦੱਸ ਚੁੱਕਿਆ ਕਿ ਇਹ ਕੋਈ ਪਹਿਲਾ ਹੁਕਮ ਜਾਂ ਆਖਰੀ ਨਹੀਂ ਸੀ ਚਰਖੜੀਆਂ ਤੇ ਚਾੜ੍ਹਨ ਦਾ। ਦਿਆਲ ਸਿੰਘ ਸਹੰਸਰੇ ਵਾਲਾ ਜਿਹੜਾ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਸੀ, ਉਹ ਵੀ ਚਰਖੜੀ ਤੇ ਚੜ੍ਹ ਕੇ ਸ਼ਹੀਦ ਕੀਤੇ ਗਏ ਨੇ। ਮਹਿਤਾਬ ਸਿੰਘ ਮੀਰਾਂ ਕੋਟੀਆ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਨਾਲ ਜਾ ਕੇ, ਉਹਨਾਂ ਨੂੰ ਵੀ ਚਰਖੜੀ ਤੇ ਚਾੜ੍ਹਿਆ ਗਿਆ। ਇਹ ਆਮ ਸੀ, ਮਤਲਬ ਪਹਿਲਾਂ ਕਸ਼ਟ ਦੇ ਕੇ, ਸਰੀਰ ਨੂੰ ਤੋੜ ਕੇ, ਦਹਿਸ਼ਤ ਪਾ ਕੇ, ਜ਼ਖਮੀ ਕਰਕੇ, ਬੇਅੰਤ ਟੌਰਚਰ ਕਰਕੇ ਹੱਡੀਆਂ ਦਾ ਚੂਰਾ ਕਰ ਦਿੰਦੇ ਤੇ ਉਹਨੂੰ ਤੋੜਨ ਦੇ ਲਈ ਕਿ ਇਹ ਆਪਣੇ ਅਕੀਦੇ ਤੋਂ, ਆਪਣੇ ਧਰਮ ਤੋਂ ਡੋਲ ਜਾਵੇ, ਉਹਦੇ ਨਾਲ ਪੂਰਾ ਜ਼ੁਲਮ ਕੀਤਾ ਜਾਂਦਾ ਸੀ। ਇਹ ਸ਼ਹੀਦ ਕੀਤੇ। ਤੇ ਇੱਥੇ ਮੈਂ ਕੱਲ੍ਹ ਗੱਲ ਕਰ ਰਿਹਾ ਸੀ ਜਦੋਂ ਇਹ ਬਾਪ ਪੁੱਤ ਨੇ, 18 ਸਾਲ ਦੀ ਉਮਰ ਹੈ ਸਰਦਾਰ ਸ਼ਹਬਾਜ਼ ਸਿੰਘ ਜੀ ਦੀ, ਸੁਬੇਗ ਸਿੰਘ ਦਾ ਬੇਟਾ ਹੈ। ਤੇ ਇੱਕ ਕਹਾਣੀ ਉੱਥੇ ਘੜੀ ਗਈ ਹੈ, ਕਿਉਂਕਿ ਬਹੁਤ ਸਾਰੀਆਂ ਕਹਾਣੀਆਂ ਮੈਂ ਕੱਲ੍ਹ ਵੀ ਸਾਂਝ ਕੀਤੀ ਸੀ ਕਿ ਜਿਹੜੀ ਗੱਲ ਸਾਨੂੰ ਸਮਝ ਨਹੀਂ ਨਾ ਆਉਂਦੀ ਉਹਦੇ ਨਾਲ ਅਸੀਂ ਕੋਈ ਨਾ ਕੋਈ ਸਾਖੀ ਜੋੜ ਲੈਂਦੇ ਹਾਂ। ਇਹ ਗੁਰਬਾਣੀ 'ਚ ਵੀ, ਸਿੱਖ ਇਤਿਹਾਸ 'ਚ ਵੀ, ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਵੀ, ਜਿੱਥੇ ਸਾਨੂੰ ਗੱਲ ਨਹੀਂ ਸਮਝ ਆ ਰਹੀ ਅਸੀਂ ਚੱਕ ਕੇ ਉੱਥੇ ਸਾਖੀ ਜੋੜਤੀ, ਤੇ ਉਹ ਸਾਖੀ ਗੁਰਮਤ ਅਨੁਸਾਰ ਹੈ ਜਾਂ ਨਹੀਂ ਹੈ ਇਹ ਸਾਨੂੰ ਸਰੋਕਾਰ ਨਹੀਂ। ਉਹਦੇ 'ਚ ਕਈ ਚੀਜ਼ਾਂ ਹੋ ਸਕਦੀਆਂ ਨੇ, ਜ਼ਰੂਰੀ ਨਹੀਂ ਸਾਖੀ ਬਣਾਉਣ ਵਾਲੇ ਦੀ ਭਾਵਨਾ ਗਲਤ ਹੋਵੇ, ਹੋ ਸਕਦਾ
ਉਹ ਸਾਨੂੰ ਉਸ ਵੇਲੇ ਸਮਝਾਉਣਾ ਚਾਹੁੰਦਾ ਹੋਵੇ। ਦੂਜਾ ਕਾਰਨ ਹੋ ਸਕਦਾ ਉਹਨੂੰ ਸਮਝੇ ਇੰਨੀ ਕੁ ਹੋਵੇ, ਉਹਨੂੰ ਅਕਲ ਨਾ ਹੋਵੇ ਵਿਚਾਰੇ ਨੂੰ ਕਿ ਇਹ ਹੋਇਆ ਕੀ ਹੈ, ਉਹਦੇ ਦਿਮਾਗ 'ਚ ਹੀ ਨਾ ਪਈ ਹੋਵੇ। ਤੀਜੀ ਇਹ ਕੋਈ ਛਾਤਰ ਦਿਮਾਗ ਵੀ ਹੋ ਸਕਦਾ ਜਿਹੜਾ ਸਾਡੇ ਇਤਿਹਾਸ ਨੂੰ ਵਿਗਾੜਨਾ ਚਾਹੁੰਦਾ। ਸੋ ਆਪਾਂ ਇੱਕਦਮ ਕੋਈ ਵੀ ਫੈਸਲਾ ਅਟੇ ਫਟੇ ਐ ਨਹੀਂ ਕਰ ਸਕਦੇ ਵੀ ਹੁਣੇ ਬਸ ਆਹ ਫੈਸਲਾ ਜੀ ਸਾਡਾ, ਆਹ ਬੰਦੇ ਦੀ ਆਹ ਨੀਅਤ ਸੀ। ਉਸ ਨੀਅਤ ਬਾਰੇ ਸੋਚਣ ਲਈ ਸਾਨੂੰ ਉਹਦਾ ਅਗਲਾ ਪਿਛਲਾ ਬੈਕਗਰਾਉਂਡ ਕਾਫੀ ਕੁਝ ਚੈੱਕ ਕਰਨਾ ਪੈਂਦਾ। ਸੋ ਬਹੁਤ ਸਾਰੀਆਂ ਘਟਨਾਵਾਂ, ਸਾਖੀਆਂ। ਇੱਕ ਦੂਜੀ ਗੱਲ ਹੈ, ਸਾਡਾ ਜਿਹੜਾ ਇਤਿਹਾਸ ਹੈ ਕਵਿਤਾ 'ਚ ਲਿਖਿਆ ਹੋਇਆ, ਇਹ ਚੀਜ਼ ਦਾ ਧਿਆਨ ਰੱਖਿਓ। ਕਵਿਤਾ ਬਹੁਤ ਕੁਝ ਲਿਖਣ ਦੀ ਖੁੱਲ੍ਹ ਦਿੰਦੀ ਹੈ। ਕਵਿਤਾ ਇੱਕ ਵੇਗ ਹੁੰਦਾ, ਕਵਿਤਾ ਇੱਕ ਬਲਬਲੇ ਹੁੰਦੇ ਨੇ। ਕਵਿਤਾ ਸਾਡੇ ਦਿਲ ਨੂੰ ਟੁੰਬਣ ਲਈ ਬਣਾਈ ਜਾਂਦੀ ਹੈ। ਕਿਸੇ ਵੀ ਗੱਲ ਨੂੰ ਭਾਵਨਾਤਮਕ ਤੌਰ 'ਤੇ ਸਾਡੇ ਅੰਦਰ ਪਹੁੰਚਾਉਣ ਲਈ ਉਸ ਚੀਜ਼ ਦੇ ਅਲੰਕਾਰ ਕਹਿ ਲਓ, ਇਹਦੇ ਅਲੰਕਾਰ ਵੀ ਹੁੰਦੇ ਨੇ, ਇਹਦੇ ਰਸ ਵੀ ਹੁੰਦੇ ਨੇ। ਕਵਿਤਾ ਦੇ ਕੋਈ ਵੀ ਕਰੁਣਾ ਰਸ ਲਾ ਲਓ ਜਦੋਂ ਬਣਾ ਰਿਹਾ ਤਾਂ ਉਹਦੇ 'ਚ ਬਹੁਤ ਕੁਝ ਉਹ ਐਡ ਕਰ ਸਕਦਾ। ਇਹ ਕਵੀ ਨੂੰ ਖੁੱਲ੍ਹ ਹੁੰਦੀ ਹੈ ਅਤੇ ਜ਼ਰੂਰੀ ਨਹੀਂ ਕਵੀ ਨੂੰ, ਕਵਿਤਾ ਨੂੰ ਅਸੀਂ ਇਤਿਹਾਸ ਮੰਨਣਾ ਹੁੰਦਾ, ਉਹਦੇ ਵਿੱਚੋਂ ਅਸੀਂ ਕੁਝ ਅੰਸ਼ ਲੈਣੇ ਹੁੰਦੇ ਨੇ। ਸੋ ਹੋਰ ਬਹੁਤ ਕੁਝ ਸਾਡੇ ਕੋਲ ਹੈਗਾ, ਆਪਾਂ ਅੱਗੇ ਸਾਂਝ ਕਰਦੇ ਹਾਂ ਉਹਨਾਂ ਗੱਲਾਂ ਬਾਤਾਂ ਦੀ। ਸੋ ਇੱਥੇ ਆ ਕੇ ਸੁਬੇਗ ਸਿੰਘ ਤੇ ਸ਼ਹਬਾਜ਼ ਸਿੰਘ ਨਾਲ ਇੱਕ ਘਟਨਾ ਜੋੜੀ ਗਈ ਕਿ ਸੁਬੇਗ ਸਿੰਘ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਤੇਰੇ ਮੁੰਡੇ ਨੇ ਤਾਂ ਧਰਮ ਛੱਡਤਾ। ਉਹ ਕਹਿੰਦਾ ਮੈਨੂੰ ਮਿਲਾਓ। ਕਹਿੰਦੇ ਜਦੋਂ ਮਿਲਣ ਗਿਆ ਤਾਂ ਦੇਖਿਆ ਉਹਦੇ ਮੱਥੇ 'ਚ ਲਕੀਰ ਸੀ, ਜਿਹੜੀ ਕਿਸਮਤ ਦੀ ਰੇਖਾ ਸੀ ਉਹ ਪੁੱਠੀ ਸੀ। ਤਾਂ ਸੁਬੇਗ ਸਿੰਘ ਜੀ ਨੇ ਆਪਣੇ ਪੈਰ ਦੀ ਜੁੱਤੀ ਕੱਢ ਕੇ ਸ਼ਹਬਾਜ਼ ਸਿੰਘ ਜੀ ਦੇ ਮੱਥੇ 'ਤੇ ਲਾਈ, ਰਗੜੀ, ਤੇ ਜਿਹਦੇ ਨਾਲ ਉਹ ਰੇਖਾ ਸਿੱਧੀ ਹੋ ਗਈ। ਕਿਉਂਕਿ ਕਹਿੰਦੇ ਗੁਰਸਿੱਖ ਦੀ ਜਿਹੜੀ ਜੁੱਤੀ ਦੀ ਧੂੜ ਹੈ ਉਹ ਬੜੀ ਮਹੱਤਵਪੂਰਨ ਹੈ ਜੀ। ਇਹ ਸਾਧਾਂ ਦੇ ਛੱਡੇ ਹੋਏ ਢਕੌਂਸਲੇ ਨੇ, ਜਿਹਦੇ ਵਿੱਚ ਉਹ ਚਾਹੁੰਦੇ ਨੇ ਕਿ ਸੰਗਤਾਂ ਸਾਡੇ ਪੈਰਾਂ 'ਤੇ ਡਿੱਗਦੀਆਂ ਰਹਿਣ ਅਤੇ ਸਾਡੀਆਂ ਜੁੱਤੀਆਂ ਪੂਜਦੀਆਂ ਰਹਿਣ। ਸਾਖੀ ਨੂੰ ਬਹੁਤ ਪ੍ਰਚਾਰਿਆ ਗਿਆ ਪਹਿਲਾਂ, ਹੁਣ ਤਾਂ ਇਹ ਲਗਭਗ ਨਾ ਬਰਾਬਰ ਹੀ ਹੈ, ਪਰ ਪੁਰਾਣੇ ਸਾਹਿਤ ਦੇ ਵਿੱਚ ਲਿਖੀ ਮਿਲਦੀ ਹੈ ਔਰ ਸਟੇਜਾਂ 'ਤੇ ਵੀ ਸੁਣਾਈ ਜਾਂਦੀ ਰਹੀ ਹੈ। ਹੁਣ ਇੱਥੇ ਛੋਟੀ ਜਿਹੀ ਗੱਲ ਇੱਕ ਸਮਝਣ ਵਾਲੀ ਹੈ ਵੀ ਜਿਹੜੀ ਰੇਖਾ, ਕਿਉਂਕਿ ਦੋਨੋਂ ਬਾਪ ਪੁੱਤ ਅੰਮ੍ਰਿਤਧਾਰੀ ਨੇ, ਅੰਮ੍ਰਿਤ ਛਕਾਉਣ ਵੇਲੇ ਉਹ ਰੇਖਾ ਸਿੱਧੀ ਨਹੀਂ ਹੋਈ, ਅੰਮ੍ਰਿਤ ਨੇ ਕੁਛ ਨਹੀਂ ਕੀਤਾ। ਉਹ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਵੀ ਟਿਕਦਾ ਰਿਹਾ, ਮੱਥਾ ਲਾ ਕੇ ਆਪਾਂ ਨਮਸਕਾਰ ਕਰਦੇ ਹਾਂ, ਉਦੋਂ ਰੇਖਾ ਸਿੱਧੀ ਨਹੀਂ ਹੋਈ। ਸਭ ਤੋਂ ਵੱਡੀ ਗੱਲ, 18 ਸਾਲ ਤੋਂ ਸੁਬੇਗ ਸਿੰਘ ਜੀ ਤੇ ਸ਼ਹਬਾਜ਼ ਸਿੰਘ ਬਾਪ ਪੁੱਤ ਨੇ ਘਰੇ ਰਹਿ ਰਹੇ ਨੇ, ਗੋਦੀ 'ਚ ਪਲਿਆ ਵੱਡਾ, ਉਦੋਂ ਨਹੀਂ ਉਹ ਰੇਖਾ ਦਿਖੀ, ਅੱਜ ਦਿਖੀ ਹੈ। ਸੋ ਇਹ ਨਾ ਸਾਖੀਆਂ ਨਿਰਮੂਲ ਘੜੀਆਂ ਜਾਂਦੀਆਂ ਨੇ। ਜਿਵੇਂ ਗੁਰੂ ਸਾਹਿਬਾਨਾਂ ਦੇ ਜੀਵਨ 'ਚ ਜਦੋਂ ਅਸੀਂ ਨਿਗਾਹ ਮਾਰਦੇ ਹਾਂ, ਇੰਨਾ ਕੁਛ ਉਹਨਾਂ ਦੇ ਨਾਮ ਨਾਲ ਜੋੜ ਕੇ ਪਰੋਸਿਆ ਗਿਆ ਜਿਹਦਾ ਕਿ ਗੁਰਮਤਿ ਦੇ ਨਾਲ ਸੰਬੰਧ ਕੋਈ ਨਹੀਂ ਬਣਦਾ। ਸੋ ਉਹ ਕਹਾਣੀਆਂ ਵੀ ਸਾਡੇ 'ਚ ਪ੍ਰਚਲਿਤ ਕੀਤੀਆਂ ਗਈਆਂ ਅਤੇ ਪ੍ਰਚਲਿਤ ਹੋ ਰਹੀਆਂ ਨੇ, ਅਤੇ ਕਈ ਹਾਲੇ ਤੱਕ ਵੀ ਸਾਡੇ ਗਲ 'ਚ ਪਈਆਂ ਹੋਈਆਂ ਨੇ। ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣਾ ਚਾਹੀਦਾ ਕਿ ਇਹ ਕਿਸ ਵੇ 'ਚ ਲਿਖੀਆਂ ਨੇ, ਕਿਉਂ ਲਿਖੀਆਂ ਗਈਆਂ ਅਤੇ ਕਿਹਨੇ ਲਿਖੀਆਂ। ਇਹ ਸਾਰੀਆਂ ਗੱਲਾਂ ਨੂੰ ਜਦੋਂ ਆਪਾਂ ਸਮਝਦੇ ਹਾਂ, ਖਾਸ ਕਰ ਸਮਝ ਉਦੋਂ ਆਉਂਦੀ ਹੈ ਜਦੋਂ ਆਪਾਂ ਗੁਰਬਾਣੀ ਦੀ ਰੌਸ਼ਨੀ 'ਚ ਉਹਨਾਂ ਚੀਜ਼ਾਂ ਨੂੰ ਸਮਝਦੇ ਹਾਂ। ਸੋ ਇਹਨਾਂ ਦੋਨਾਂ ਸੂਰਮਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਤੇ ਨਾਲ ਹੀ ਤੁਹਾਨੂੰ ਦੱਸ ਚੁੱਕਿਆ ਸੀ ਕਿ ਜ਼ਕਰੀਆ ਖਾਨ ਦੀ ਜਿਹੜੀ ਹੈ ਮੌਤ 1745 ਵਿੱਚ ਹੋ ਚੁੱਕੀ ਹੈ, ਤੇ ਉਹਦਾ ਪੁੱਤ ਯਹੀਆ ਖਾਨ, 3 ਬੇਟੇ ਸੀ ਉਹਦੇ, ਉਹ ਨਵਾਬ ਬਣ ਕੇ ਲਾਹੌਰ 'ਚ ਉਹਨੇ ਕਬਜ਼ਾ ਕਰ ਲਿਆ ਤੇ ਉੱਥੇ ਨਵਾਬੀ ਲੈ ਕੇ ਬੈਠ ਗਿਆ। ਕਮਰੂਦੀਨ ਜਿਹੜਾ ਉਹਦਾ ਮਾਮਾ ਵੀ ਹੈ ਤੇ ਉਹਦਾ ਸਹੁਰਾ ਵੀ ਹੈ, ਉਹਨੇ ਉਹਦੀ ਮਦਦ ਕੀਤੀ ਲਾਹੌਰ ਦੀ ਸੂਬੇਦਾਰੀ ਲਈ। ਸ਼ਾਹ ਨਵਾਜ਼ ਮੁਲਤਾਨ ਦਾ ਬਣ ਗਿਆ। ਭਾਵੇਂ ਆਪਸ 'ਚ ਦੋਨੇ ਭਰਾਵਾਂ ਦਾ ਤਕਰਾਰ ਰਿਹਾ, ਟੱਕਰ ਰਹੀ ਅੰਦਰ ਖਾਤੇ, ਪਰ ਬਾਹਰ ਕੁਝ ਟਾਈਮ ਦੇ ਲਈ ਸੁਖਾਵਾਂ ਹੋ ਗਿਆ ਮਾਹੌਲ। ਪਰ ਇਹ 7-8 ਮਹੀਨਿਆਂ ਦਾ ਉਥਲ ਪੁਥਲ ਦਾ ਜਿਹੜਾ ਟਾਈਮ ਸੀ, ਸਿੱਖਾਂ ਲਈ ਸੁਨਹਿਰਾ ਟਾਈਮ ਸੀ। ਇੰਨੇ ਟਾਈਮ 'ਚ ਉਹ ਤਾਕਤ ਬਣਾ ਗਏ। ਤੇ ਯਸ਼ਪਤ ਰਾਏ, ਜੋ ਕਿ ਲਖਪਤ ਰਾਏ ਦਾ ਭਰਾ, ਲਖਪਤ ਰਾਏ ਦੀਵਾਨ ਹੈ ਯਹੀਆ ਖਾਨ ਦਾ, ਪਹਿਲਾਂ ਜ਼ਕਰੀਆ ਖਾਨ ਦਾ ਵੀ ਰਿਹਾ, ਤੇ ਉਹ ਦਾ ਭਰਾ ਜਸਪਤ ਰਾਏ ਸਿੱਖਾਂ ਦੇ ਹੱਥੋਂ ਕਤਲ ਹੋ ਗਿਆ। ਤੇ ਸਿੱਖਾਂ ਦੇ ਹੱਥੋਂ ਕਤਲ ਹੋਇਆ, ਭਾਵੇਂ ਲਖਪਤ ਪਹਿਲਾਂ ਵੀ ਦੁਸ਼ਮਣ ਸੀ, ਹੁਣ ਉਹਨੇ ਕਸਮ ਖਾ ਲਈ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਹਟੂ। ਐਲਾਨ ਹੋ ਗਿਆ, ਇਨਾਮ ਨਵੇਂ ਸਿਰਿਓਂ ਯਹੀਆ ਖਾਨ ਤੋਂ ਲੈ ਲਿਆ ਉਹਨੇ। ਅਮਨ ਨਾਲ ਵਸਦੇ ਸਿੱਖਾਂ ਨੂੰ ਵੀ ਕਤਲ ਕੀਤਾ। ਸੋਮਵਾਰੀ ਮੱਸਿਆ ਵਾਲੇ ਦਿਨ ਜਦੋਂ ਆਹ ਸਾਰੇ ਸਿੱਖ ਫੜੇ, ਸੁਬੇਗ ਸਿੰਘ, ਸ਼ਹਬਾਜ਼ ਸਿੰਘ ਹੋਰੀ, ਤਾਂ ਉਹਦੇ ਗੁਰੂ ਹਰਭਜ ਰਾਏ ਨੇ ਵੀ ਬੇਨਤੀ ਕੀਤੀ ਤੀ ਲਖਪਤ ਨੂੰ ਵੀ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਤਾਂ ਨਾਮ ਨਾਲ ਘਰਾਂ 'ਚ ਵਸਣ ਵਾਲੇ ਲੋਕ ਨੇ, ਇਹਨਾਂ ਦਾ ਦਲ ਖਾਲਸੇ ਨਾਲ ਕੋਈ ਸੰਬੰਧ ਨਹੀਂ। ਉਹਨੇ ਆਪਣੇ ਗੁਰੂ ਨੂੰ ਵੀ, ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ, ਹਿੰਦੂ ਜਥੇਬੰਦੀਆਂ ਦੇ ਬੰਦੇ ਸੀ, ਕੁਛ ਚੰਗੇ ਇਮਾਨਦਾਰ ਮੁਸਲਮਾਨ ਮੌਲਵੀ, ਸਿਆਣੇ ਸਮਝਦਾਰ ਬੰਦੇ, ਉਹਨਾਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਮੰਨੇ।
ਸੋਮਵਾਰੀ ਮੱਸਿਆ ਦਾ ਫਿਰ ਇਹੀ ਕਿਹਾ ਵੀ ਆਹ ਦਿਨ ਪਵਿੱਤਰ ਹੁੰਦਾ ਹਿੰਦੂਆਂ 'ਚ, ਆਹ ਤਾਂ ਤੂੰ ਛੱਡ ਦੇ। ਉਹ ਕਹਿੰਦਾ ਕਰੂੰਗਾ ਵੀ ਹੁਣ ਇਸੇ ਦਿਨ ਕਤਲ। ਸੋ ਇਹਨਾਂ ਨੂੰ ਨਖਾਸ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ, ਜਿੰਨੇ ਵੀ ਸਿੱਖ ਗ੍ਰਿਫਤਾਰ ਹੋਏ ਸੀ। ਪਰ ਮੈਂ ਫੇਰ ਦੱਸ ਰਿਹਾ ਕਿ ਮੁਖੀ ਕੋਈ ਵੱਡੀ ਘਟਨਾ ਹੁੰਦੀ ਹੈ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ, ਬਾਕੀ ਪਿੱਛੇ ਰਹਿ ਜਾਂਦੀਆਂ ਨੇ। ਜਿਵੇਂ ਕਿ ਆਪਾਂ ਦੱਸ ਚੁੱਕੇ ਹਾਂ, ਚਰਖੜੀ ਤੇ ਚਾੜਨ ਵਾਲੀਆਂ ਗੱਲਾਂ, ਖੋਪਰੀਆਂ ਲਾਉਣ ਵਾਲੀਆਂ ਗੱਲਾਂ ਤੇ ਬੰਦ ਕੱਟਣ ਵਾਲੀਆਂ ਗੱਲਾਂ। ਸੋ ਉਦੋਂ ਬਾਅਦ ਇਹਨੇ ਦਮਨ ਚੱਕਰ ਚਲਾਤਾ ਤੇ ਹੁਣ ਫੌਜਾਂ ਲੈ ਕੇ ਪੱਕੇ ਤੌਰ ਤੇ ਚੜ ਪਿਆ ਵੀ ਮੈਂ ਹੁਣ ਸਿੱਖਾਂ ਨੂੰ ਤਬਾਹ ਕਰਕੇ ਹੀ ਵਾਪਸ ਮੁੜੂੰਗਾ। ਨਾਮੋ ਨਿਸ਼ਾਨ ਮਿਟਾ ਕੇ ਲੋਕ ਗੱਲਾਂ ਕਰਿਆ ਕਰਨਗੇ ਵੀ ਸਿੱਖ ਕਦੇ ਹੁੰਦੇ ਤੇ ਬਈ। ਇਹ ਭਾਵਨਾ ਲੈ ਕੇ ਇਹ ਚੜੇ ਹੈ। ਹਜ਼ਾਰਾਂ ਦਾ ਮੁਲਖਈਆ, ਪੂਰੀ ਸਖਤਾਈ ਕਰਤੀ ਇਹਨੇ ਚਾਰੇ ਪਾਸੇ। ਤੇ ਸਿੱਖਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਦਾ ਅਜਿੱਤ ਕਿਲਾ, ਜਿਹੜਾ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ, ਅਜਿੱਤ ਕਿਲਾ ਸਿੱਖਾਂ ਦਾ, ਉਹਦੇ 'ਚ ਦਾਖਲ ਹੋ ਗਏ। ਜੰਗਲ ਉਹਨਾਂ ਦਾ ਅਜਿੱਤ ਕਿਲਾ ਸੀ, ਉਹਦੇ ਵਿੱਚ ਜਾ ਪਹੁੰਚੇ ਨੇ ਤੇ ਲਖਪਤ ਮਗਰੇ ਪਹੁੰਚ ਗਿਆ। ਘੇਰਾ ਪਾ ਲਿਆ, ਜੰਬੂਰੇ ਬੀੜ ਤੇ ਤੋਪਾਂ ਬੀੜਤੀਆਂ। ਜਿੱਧਰ ਨੂੰ ਪਤਾ ਲੱਗਿਆ ਕਰੇ ਸਿੱਖ ਇੱਧਰ ਨੇ, ਉੱਧਰ ਗੋਲੀਆਂ ਤੇਰੇ ਤੋਪਾਂ ਦੇ ਗੋਲੇ ਜੰਬੂਰਕਿਆਂ ਨਾਲ ਸਿੱਖਾਂ ਨੂੰ ਮਾਰਨਾ ਸ਼ੁਰੂ ਕਰਤਾ। ਸਿੱਖ ਉਸ ਪਾਸਾ ਛੱਡ ਕੇ ਦੂਜੇ ਪਾਸੇ ਆਇਆ ਕਰਨ, ਕੋਸ਼ਿਸ਼ ਕਰਦੇ ਸੀ ਕਿ ਰਾਤ ਬਰਾਤੇ ਛਾਪਾ ਮਾਰ ਕੇ ਨੁਕਸਾਨ ਕਰਿਆ ਜਾਵੇ ਫੌਜ ਦਾ। ਦਿਨ 'ਚ ਵੀ ਟੱਕਰਾਂ ਹੁੰਦੀਆਂ ਰਹਿੰਦੀਆਂ ਤੀਆਂ। ਇਹ ਲੜਾਈ ਚੱਲਦੀ ਰਹੀ। ਸਿੱਖਾਂ ਕੋਲੇ ਕੋਈ ਵੀ ਇਹੋ ਜਿਹਾ ਹਥਿਆਰ, ਜੰਬੂਰਕਾ, ਤੋਪ ਨਹੀਂ ਸੀ। ਉਹਨਾਂ ਕੋਲੇ ਤਲਵਾਰਾਂ, ਤੀਰ ਹੀ ਸੀ ਜਾਂ ਛੋਟੀਆਂ ਬੰਦੂਕਾਂ, ਜਿਹਦੇ ਨਾਲ ਉਹ ਦੁਸ਼ਮਣ ਦਾ ਦੂਰੋਂ ਟਾਕਰਾ ਨਹੀਂ ਸੀ ਕਰ ਸਕਦੇ। ਸੋ ਬਹੁਤ ਭਿਆਨਕ ਲੜਾਈ ਹੋਈ। ਹੁਣ ਮੈਂ ਤੁਹਾਨੂੰ ਇਹ ਦੱਸ ਦੇਵਾਂ, ਇਹ ਛੋਟਾ ਘੱਲੂਘਾਰ ਹੈ। ਇਹ ਮਾਰਚ ਦੇ ਐਂਡ 'ਚ ਜਾਂ ਅਪ੍ਰੈਲ ਦੀ ਪਹਿਲੀਆਂ ਤਰੀਕਾਂ 'ਚ ਸ਼ੁਰੂ ਹੋਇਆ। ਕਿਉਂਕਿ ਆਮ ਤੌਰ ਤੇ ਆਪਾਂ ਜਦੋਂ ਸੁਣਦੇ ਆ ਨਾ ਲੜਾਈ ਹੋਈ ਤਾਂ ਐਂ ਲੱਗਦਾ ਹੁੰਦਾ ਵੀ ਸਵੇਰੇ ਹੋਈ ਤੇ ਸ਼ਾਮ ਨੂੰ ਖਤਮ ਹੋ ਗਈ। ਇਹ ਹਰ ਇੱਕ ਦੀ ਭਾਵਨਾ ਬਣਦੀ ਹੈ, ਕਿਉਂਕਿ ਆਪਾਂ ਉਸ ਥਾਂ ਨੂੰ, ਉਸ ਚੀਜ਼ ਨੂੰ ਸੋਚ ਹੀ ਨਹੀਂ ਸਕਦੇ ਵੀ ਇਹ ਲੜਾਈ ਕਿੰਨਾ ਚਿਰ ਚੱਲੀ ਹੈ। ਇਹ ਘੱਲੂਘਾਰਾ ਕਿਵੇਂ ਹੋਇਆ? ਇੱਕ ਦਿਨ 'ਚ ਨਹੀਂ ਹੋਇਆ। ਇਹਨੂੰ ਲੱਗੇ ਨੇ ਪੌਣੇ 3 ਮਹੀਨੇ ਲਗਾਤਾਰ ਲੜਾਈ ਚੱਲੀ ਹੈ। ਉਹਨਾਂ ਨੂੰ ਘੇਰਾ ਪਾ ਕੇ ਰੱਖਿਆ। ਜੂਨ ਤੱਕ ਟਾਕਰਾ ਹੁੰਦਾ ਰਿਹਾ ਹੈ। ਲਖਪਤ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ, ਜੰਗਲ ਘੇਰੀ ਰੱਖੇ, ਲਗਾਤਾਰ ਅਟੈਕ ਉਹ ਕਰਦਾ ਰਿਹਾ। ਸੈਂਕੜੇ ਸਿੱਖ ਰੋਜ਼ ਸ਼ਹੀਦ ਹੁੰਦੇ ਰਹੇ। ਸਿੱਖਾਂ ਦਾ ਦਾਰੂ, ਸਿੱਕਾ, ਖਾਣਾ ਪਾਣਾ, ਕਿਉਂਕਿ ਜੰਗਲ 'ਚ ਕੀ ਸੀ? ਜੇ ਕੋਈ ਜਾਨਵਰ ਮਿਲ ਗਿਆ ਠੀਕ ਹੈ, ਜੇ ਕੋਈ ਘਾਹ ਫੂਸ ਮਿਲ ਗਿਆ, ਪੱਤੇ ਮਿਲ ਗਏ, ਉਬਾਲ ਕੇ ਸਬਜ਼ ਪਲਾ ਕਹਿ ਕੇ ਉਹ ਖਾ ਲਏ। ਹੋਰ ਕੁਛ ਨਹੀਂ ਸੀ ਉਹਨਾਂ ਕੋਲੇ, ਕਿਉਂਕਿ ਲੰਗਰ ਤਿਆਰ ਕਰਨਾ ਤਾਂ ਦੂਰ ਦੀ ਗੱਲ, ਰਸਦ ਤੱਕ ਨਹੀਂ ਸੀ ਉਹਨਾਂ ਕੋਲੇ। ਜੰਗਲਾਂ 'ਚ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ। ਇਲਾਕੇ ਦੇ ਲੋਕਾਂ ਨੂੰ ਵੀ ਦੁਸ਼ਮਣ ਬਣਾ ਕੇ ਰੱਖਤਾ ਉਹਨਾਂ ਨੇ। ਇਨਾਮ ਦਾ ਲਾਲਚ ਦੇਤਾ ਵੀ ਜਿਹੜਾ ਸਿਰ ਵੱਢ ਲਿਆਊਗਾ ਆਹ ਚੱਕੋ ਪੈਸੇ। ਲਖਪਤ ਬਹਿ ਗਿਆ ਖਜ਼ਾਨਾ ਖੋਲ ਕੇ, ਫੌਜਾਂ ਦੇ ਪਿਛਲੇ ਪਾਸੇ ਹਮਲੇ ਕਰਵਾਉਂਦਾ ਰਿਹਾ ਚਾਰੇ ਪਾਸਿਓਂ। ਜੰਗਲ ਦਾ ਜਿੰਨਾ ਭੇਤ ਸਿੱਖਾਂ ਨੂੰ ਸੀ, ਸ਼ਾਹੀ ਫੌਜ ਨੂੰ ਨਹੀਂ ਸੀ, ਕਿਉਂਕਿ ਉਹ ਤਾਂ ਰਹਿੰਦੇ ਜੰਗਲਾਂ 'ਚ। ਤੇ ਹੁਣ ਖੇਤਾਂ ਦਾ ਭੇਤ ਖੇਤਾਂ ਵਾਲਿਆਂ ਨੂੰ, ਜ਼ਿਮੀਂਦਾਰਾਂ ਨੂੰ ਪਤਾ ਹੁੰਦਾ ਨਾ। ਜੇ ਕੋਈ ਸ਼ਹਿਰੀ ਬੰਦਾ ਸਾਡੇ ਵਰਗਾ ਜਾਂ ਜਾ ਕੇ ਖੇਤਾਂ 'ਚ ਕਹੇ ਵੀ ਉਹਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿਹੜੀ ਫਸਲ ਦਾ ਮੌਸਮ ਹੈ, ਉਹਨੂੰ ਇਹ ਨਹੀਂ ਪਤਾ ਲੱਗਦਾ ਫਸਲ ਬੀਜੀ ਹੋਈ ਕਿਹੜੀ ਹੈ। ਹੁਣ ਜਿਹੜਾ ਰਹਿੰਦਾ ਹੀ ਖੇਤਾਂ 'ਚ ਹੈ, ਜਿਹੜਾ ਖੇਤੀ ਕਰਦਾ, ਖੇਤੀ 'ਚ ਵਿਚਰਦਾ, ਉਹਨੂੰ ਤਾਂ ਇਹ ਸਮਝ ਲਓ ਬਾਹੇ ਹੋਏ ਬਾਣ 'ਚ ਜੇ ਭਾਵੇਂ ਇਹ ਵੀ ਨਾ ਪਤਾ ਹੋਵੇ ਵੀ ਬੀਜਿਆ ਕੀ ਹੈ, ਉਹ ਦੱਸ ਦੂਗਾ, ਕਿਉਂਕਿ ਉਹਨੂੰ ਪਤਾ ਹੁੰਦਾ ਮੌਸਮ ਕਿਹੜਾ ਹੈ। ਸੋ ਸਿੱਖਾਂ ਨੂੰ ਮੌਸਮ ਦਾ, ਦਰਖਤਾਂ ਦਾ, ਰਸਤਿਆਂ ਦਾ, ਈਵਨ ਕਿ ਜਾਨਵਰ ਕਿਹੜੇ ਪਾਸੇ ਕਿਹੋ ਜਿਹੇ ਨੇ ਇਹ ਵੀ ਉਹਨਾਂ ਨੂੰ ਪਤਾ ਸੀ। ਵੱਡੇ ਜਾਨਵਰ, ਹਾਥੀ ਵੀ ਉਦੋਂ ਆਮ ਹੁੰਦੇ ਸੀ, ਸ਼ੇਰ ਆਮ ਹੁੰਦੇ ਸੀ ਜੰਗਲਾਂ 'ਚ। ਸ਼ਾਹੀ ਫੌਜ ਡਰਦੀ ਸੀ, ਪਰ ਪੇਂਡੂ ਜਿਹੜੇ ਇਲਾਕੇ ਦੇ ਲੋਕ ਤੇ ਉਹਨਾਂ ਨੂੰ ਭੇਤ ਸੀ ਜੰਗਲ ਦੇ ਇਲਾਕਿਆਂ ਦਾ। ਉਹ ਜ਼ਿਆਦਾ ਨੁਕਸਾਨ ਸਿੱਖਾਂ ਦਾ ਕਰਦੇ ਤੇ, ਔਰ ਭੇਤ ਵੀ ਦਿੰਦੇ। ਤੇ ਕਈ ਵਾਰੀ ਸਿੱਖ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ, ਕੋਈ ਚੀਜ਼ ਵਸਤ ਲੈਣ ਦੇ ਬਹਾਨੇ ਉਹ ਬੁਲਾ ਲੈਂਦੇ ਜਾਂ ਮਿਲ ਲੈਂਦੇ, ਤੇ ਉਹ ਸਿੱਖਾਂ ਨੂੰ ਜਾਂ ਮਾਰ ਦਿੰਦੇ ਜਾਂ ਕਾਬੂ ਕਰ ਲੈਂਦੇ ਤੇ ਇਨਾਮ ਲੈਂਦੇ। ਲਖਪਤ ਨੇ ਜਦੋਂ ਦੇਖਿਆ ਕਿ ਮੇਰੀਆਂ ਫੌਜਾਂ ਨੂੰ ਔਖਾ ਹੋ ਰਿਹਾ, ਫਿਰ ਉਹਨੇ ਨਵਾਂ ਹੁਕਮ ਜਾਰੀ ਕਰਤਾ ਕਿ ਆਹ ਜਿਹੜੇ ਝੱਲ ਨੇ ਇਹਨਾਂ ਨੂੰ ਵੱਢਣਾ ਸ਼ੁਰੂ ਕਰ ਦਿਓ, ਰਸਤੇ ਬਣਾਓ। ਵੱਡੀ ਗਿਣਤੀ ਦੇ ਵਿੱਚ ਝਾਲਾਂ ਨੂੰ, ਝਾੜਾਂ ਨੂੰ ਰਸਤੇ ਬਣਾ ਕੇ ਵੱਢਣਾ ਸ਼ੁਰੂ ਕਰਤਾ। ਤਾਂ ਸਿੱਖਾਂ ਕੋਲੇ ਵੀ ਹੁਣ ਕੋਈ ਚਾਰਾ ਨਹੀਂ ਸੀ। ਉਹਨਾਂ ਨੇ ਜਿਹੜੇ ਝੱਲ ਵੱਢਣ ਆਉਂਦੇ ਤੇ ਉਹ ਮਾਰਨੇ ਸ਼ੁਰੂ ਕਰਤੇ। ਤਾਂ ਇਹ ਉਹਦਾ ਜਿਹੜਾ ਹਥਿਆਰ ਸੀ ਫੇਲ ਹੋ ਗਿਆ। ਨਾਲੇ ਵੱਢਿਆ ਕਿੰਨਾ ਕੁ ਜਾ ਸਕਦਾ ਸੀ, ਕਿੰਨੇ ਕੁ ਵੱਢ ਲਾਂਦੇ, ਕਿ ਜੰਗਲ ਕਿਹੜਾ ਥੋੜਾ ਸੀ। ਰਾਵੀ ਦੇ ਕੰਢੇ ਤੇ ਬਹੁਤ ਵੱਡੇ ਜੰਗਲ ਫੈਲੇ ਹੋਏ ਤੇ ਉਹ ਵੀ ਚੱਲਿਆ ਨਹੀਂ। ਤਾਂ ਫਿਰ ਇਹਨੇ ਆਖਰੀ ਤੇ ਸਭ ਤੋਂ ਵੱਡਾ ਜਿਹੜਾ ਹਥਿਆਰ ਉਹ ਅਪਣਾਇਆ। ਇਹਨੇ ਆਪ ਹਮਲੇ ਹੋ ਕੇ ਜਿਹੜੇ ਅੱਗੇ ਕਰੇ ਰਿਹਾ ਸੀ। ਇਹ ਤਕਰੀਬਨ ਇਹ ਸਮਝ ਲਓ ਵੀ ਮਹੀਨਾ, 1.5 ਮਹੀਨਾ ਇਸ ਤਰ੍ਹਾਂ ਲੜਾਈ ਚੱਲਦੀ ਰਹੀ।
ਸਿੱਖ ਕਦੇ ਉਸ ਬੰਨੇ ਸਿੱਖ ਸੋਚਦੇ ਸੀ ਵੀ ਸ਼ਾਇਦ ਮੁੜ ਜੂਗਾ ਇਹ ਅੱਕ ਕੇ ਥੱਕ ਕੇ, ਪਰ ਉਹ ਤਾਂ ਇਹ ਸਮਝ ਲਓ ਵੀ ਝਾਫਾ ਬਣ ਕੇ ਚੰਬੜ ਗਿਆ, ਪਿੱਛੇ ਮੁੜਨ ਦਾ ਨਾਂ ਨਹੀਂ ਲੈ ਰਿਹਾ ਸੀ। ਪਰਨੇ ਕਰਕੇ ਆਇਆ ਸੀ ਵੀ ਮੈਂ ਛੱਡਦਾ ਨਹੀਂ। ਤਾਂ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ, ਉਹੀ ਸੁੱਖਾ ਸਿੰਘ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਕਿਉਂਕਿ ਇੱਥੇ ਤਕਰੀਬਨ 3-4 ਮਿਸਲਾਂ ਹੀ ਸੀਗੀਆਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਸਰਦਾਰ ਦੀਪ ਸਿੰਘ ਸ਼ਹੀਦ, ਸੁੱਖਾ ਸਿੰਘ ਮਾੜੀ ਕੰਬੋਕੇ, ਇਹ ਤਕਰੀਬਨ 4 ਮਿਸਲਾਂ। ਇੱਕ ਅੱਧੀ ਕੋਈ ਛੋਟੀ ਮਿਸਲ ਹੋ ਸਕਦੀ ਹੈ ਜਾਂ ਕੁਝ ਸਿੱਖਾਂ ਦਾ ਗਰੁੱਪ, ਪਰ ਇਹ ਚਾਰੇ ਘਿਰੀਆਂ ਹੋਈਆਂ ਨੇ ਵੱਡੇ ਲੈਵਲ ਤੇ। ਤਾਂ ਇਹ ਸੁੱਖਾ ਸਿੰਘ ਨੇ ਫਿਰ ਲਲਕਾਰ ਕੇ ਆਖਿਆ, ਕਹਿੰਦਾ ਹੁਣ ਕਿੰਨਾ ਕੁ ਚਿਰ ਫਿਰੀਏ, ਹੁਣ ਤਾਂ ਇੱਕ ਏਕੜੀ ਕਰ ਦਿਓ। ਸਰਦਾਰ ਸੁੱਖਾ ਸਿੰਘ ਆਪਣੇ ਦਲ ਨੂੰ ਲੈ ਕੇ ਸਿੱਧਾ ਲਖਪਤ ਕਣੀ ਨੂੰ ਹੋ ਲਿਆ। ਲਖਪਤ ਉਸ ਵੇਲੇ ਹਾਥੀ ਤੇ ਬੈਠਾ ਹਮਲੇ ਖਿਲਾ ਰਿਹਾ ਸੀ, ਤਾਂ ਕਿ ਦੂਰ ਤੱਕ ਉੱਤੇ ਬੈਠ ਕੇ ਨਿਗਰਾਨੀ ਹੋਵੇ ਮੇਰੀ ਫੌਜ ਕਿਹੜੇ ਪਾਸੇ ਕਿਵੇਂ ਹੈ। ਇਹ ਆਪਣੇ ਹੁਣ ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਹੈ। ਕਈ ਵਾਰੀ ਜੇ ਤਾਂ ਇਹਨਾਂ ਚੀਜ਼ਾਂ ਦੀਆਂ ਫਿਲਮਾਂ ਬਣੀਆਂ ਹੋਣ ਤਾਂ ਆਪਾਂ ਨੂੰ ਸਾਹਮਣੇ ਦਿਖ ਜਾਂਦਾ ਵੀ ਕਿਵੇਂ ਕਿਵੇਂ ਹੋਇਆ ਹੋਊਗਾ। ਡਾਇਰੈਕਟਰ ਦਾ ਜਿਹੜਾ ਕਮਾਲ ਹੁੰਦਾ ਉਹ ਸਾਨੂੰ ਦਿਖਾ ਦਿੰਦਾ ਹੈ। ਗੱਲ ਸੁਣ ਕੇ ਉਹ ਚੀਜ਼ ਆਪਣੇ ਦਿਮਾਗ 'ਚ ਕਈ ਵਾਰੀ ਅਪੀਲ ਨਹੀਂ, ਉੱਥੇ ਤੱਕ ਪਹੁੰਚਦੇ ਨਹੀਂ ਆਪਾਂ ਜਿੱਥੇ ਤੱਕ ਆਪਾਂ ਨੂੰ ਪਹੁੰਚਣਾ ਚਾਹੀਦਾ। ਹੁਣ ਆਪਾਂ ਕਹਿੰਦੇ ਹਾਂ ਵੀ ਸੁੱਖਾ ਸਿੰਘ ਨੇ ਹਮਲਾ ਕੀਤਾ, ਤਾਂ ਮਤਲਬ ਕੱਲਾ ਨਹੀਂ, ਉਹਦਾ ਪੂਰਾ ਦਸਤਾ, ਉਹਦੇ ਸਪੈਸ਼ਲ ਬੰਦੇ ਜਿਹੜੇ ਕਿ ਉਹਦੀ ਮਿਸਲ ਦੇ ਵਿੱਚ ਤਾਂ ਵੱਡੀ ਮਿਸਲ ਜਿਹੜੀ ਹੈਗੀ ਹੈ ਉਹਦੇ ਵਿੱਚ ਵੀ ਸਪੈਸ਼ਲ 200-500 ਜਿਹੜਾ ਤੇਜ਼ ਦਸਤਾ ਉਹਨੂੰ ਲੈ ਕੇ ਉਹਨੇ ਅਟੈਕ ਕੀਤਾ। ਰਸਤੇ ਦੇ ਬੰਦਿਆਂ ਨੂੰ ਲੜਦਾ ਵੜਦਾ ਲਗਾਤਾਰ ਲਖਪਤ ਦੇ ਨੇੜੇ ਪਹੁੰਚ ਗਿਆ। ਲਖਪਤ ਹਾਥੀ ਛੱਡ ਕੇ ਘੋੜੇ ਤੇ ਹੋ ਗਿਆ ਤਾਂ ਕਿ ਪਿੱਛੇ ਸੁਰੱਖਿਅਤ ਥਾਂ ਤੇ ਪਹੁੰਚ ਸਕੇ। ਇੰਨੇ 'ਚ ਸਰਦਾਰ ਸੁੱਖਾ ਸਿੰਘ ਦੇ ਪੱਟ ਤੇ ਜੰਬੂਰਕੇ ਦਾ ਗੋਲਾ ਵੱਜਿਆ। ਜੰਬੂਰ ਜਿਹੜਾ ਕਿ ਇੱਕ ਐਂ ਸਮਝ ਲਓ ਤੋਪ ਵਾਂਗੂ ਛੋਟਾ ਗੋਲਾ ਉਹਦੇ ਪੱਟ ਤੇ ਵੱਜਿਆ ਤੇ ਪੱਟ ਵਿਚਾਲੋਂ ਟੁੱਟ ਗਿਆ। ਪਰ ਧੰਨ ਹੈ ਗੁਰੂ ਦਾ ਸ਼ੇਰ, ਸਾਫਾ ਪਾੜ ਕੇ, ਜਾਂ ਕਿਉਂਕਿ ਦਸਤਾਰੇ ਵੱਡੇ ਬੰਨ੍ਹਦੇ ਤੇ ਕਈ ਜਿਵੇਂ ਆਪਾਂ ਦੇਖਦੇ ਹਾਂ ਨਿਹੰਗ ਸਿੰਘ ਬੰਨ੍ਹਦੇ ਨੇ, ਉਹਦੇ ਨਾਲ ਸਿਰ ਸੁਰੱਖਿਅਤ ਵੀ ਰਹਿੰਦਾ ਤੇ ਹਥਿਆਰ ਚੱਕਰ ਵਗੈਰਾ ਵੀ ਸਿਰ ਤੇ ਸਜਾਏ ਹੁੰਦੇ ਤੇ। ਉਹ ਅੱਧਾ ਸਾਫਾ ਉਹਨੇ ਆਪਣੇ ਪੱਟ ਨੂੰ ਬੰਨ੍ਹ ਕੇ ਘੋੜੇ ਦੇ ਹੰਨੇ ਨਾਲ ਬੰਨ੍ਹਿਆ ਤੇ ਫਿਰ ਲਖਪਤ ਕਰੀ ਨੂੰ ਖੋਲਿਆ ਲੜਨ ਦੇ ਲਈ। ਪਰ ਐਨ ਇਸੇ ਵੇਲੇ ਉਹਦਾ ਮੁੰਡਾ ਹਰਭਜ ਅਤੇ ਯਾਹੀਆ ਖਾਨ ਲਾਹੌਰ ਦੇ ਸੂਬੇਦਾਰ ਦਾ ਮੁੰਡਾ ਨਾਰ ਖਾਂ ਉਹਦੀ ਮਦਦ ਤੇ ਫੌਜਾਂ ਲੈ ਕੇ ਆ ਗਏ। ਸੁੱਖਾ ਸਿੰਘ ਨੂੰ ਘੇਰਾ ਪਾ ਲਿਆ, ਲੜਾਈ ਗਹਿ ਗੱਚ ਹੋ ਗਈ ਤੇ ਐਨ ਉਸੇ ਵਕਤ ਸਰਦਾਰ ਜੱਸਾ ਸਿੰਘ, ਗੁਰਦਿਆਲ ਸਿੰਘ ਡੱਲੇਵਾਲੀ ਹੋਰਾਂ ਦੀ ਨਿਗਾਹ ਪੈ ਗਿਆ ਕਿ ਸੁੱਖਾ ਸਿੰਘ ਨੂੰ ਘੇਰਾ ਪੈ ਗਿਆ। ਉਹ ਵੀ ਆਪਣੇ ਸਪੈਸ਼ਲ ਦਸਤੇ ਲੈ ਕੇ ਉਹਦੀ ਮਦਦ ਤੇ ਪਹੁੰਚ ਗਏ। ਸੋ ਇਹ ਸਭ ਤੋਂ ਭਿਆਨਕ ਤੇ ਗਹਿ ਗੱਚ ਲੜਾਈ ਹੋਈ ਹੈ ਇਸ ਸਮੇਂ, ਬਹੁਤ ਖੂੰਖਾਰ ਹੋਈ ਤੇ ਬਹੁਤ ਲਹੂ ਡੁੱਲਿਆ। ਇਸ ਲੜਾਈ ਵਿੱਚ ਹਰਭਜ ਰਾਏ ਜਾਣੀ ਕਿ ਲਖਪਤ ਦਾ ਮੁੰਡਾ ਅਤੇ ਯਾਹੀਆ ਖਾਨ ਲਾਹੌਰ ਦੇ ਸੂਬੇਦਾਰ ਦਾ ਮੁੰਡਾ, ਇਹ ਦੋਨੇ ਮਾਰੇ ਗਏ। ਫੌਜਦਾਰ ਕਰਮੂਦੀਨ ਮਾਰਿਆ ਗਿਆ, ਵੱਡੇ ਅਫਸਰ ਕਈ ਮਾਰਤੇ। ਹੁਣ ਲਖਪਤ ਰਾਏ ਸਿਰ ਪਿੱਟ ਰਿਹਾ ਕਿਉਂਕਿ ਭਾਈ ਦਾ ਸੱਲ ਹਲੇ ਭੁੱਲਿਆ ਨਹੀਂ ਸੀ, ਮੁੰਡੇ ਦਾ ਨਵੇਂ ਸਿਰੋਂ ਪੈ ਗਿਆ। ਭਾਈ ਦੇ ਸੱਲ 'ਚ ਉਹ ਤੁਰਿਆ ਸੀ ਤੇ ਮੁੰਡਾ ਗੁਆ ਬੈਠਿਆ, ਬਾਲ ਪਿੱਟਦਾ ਉਹ ਮਰ ਗਿਆ ਤਾਂ ਭਾਵ ਇਹ ਕਿ ਰੋਂਦਾ ਰਿਹਾ ਕੁਰਲਾਉਂਦਾ ਰਿਹਾ, ਮਰਿਆ ਨਹੀਂ। ਸੋ ਇਸ ਢੰਗ ਦੇ ਨਾਲ ਉਹਨੇ ਲੜਾਈ, ਸਿੱਖਾਂ ਨੂੰ ਇਹ ਸੀ ਸ਼ਾਇਦ ਹੁਣ ਹੌਸਲਾ ਹੀਰ ਹੋ ਕੇ ਮੁੜੂਗਾ, ਉਹ ਫੇਰ ਨਹੀਂ ਮੁੜਿਆ। ਹੋਰ ਤੇਜ਼ ਉਹਨੇ ਹੁਕਮ ਦੇ ਦਿੱਤਾ। ਇਸ ਲੜਾਈ ਤੋਂ ਬਾਅਦ ਇੱਕ ਵਾਰੀ ਫੌਜ ਬੇਹੌਸਲਾ ਹੋ ਗਈ ਤੇ ਮੁੜਨਾ ਚਾਹੁੰਦੀ ਸੀ, ਪਰ ਉਹਨੇ ਧਮਕੀਆਂ ਤੇ ਲਾਲਚ ਦੇ ਕੇ ਫੇਰ ਤੋਰਿਆ ਕਿ ਸਿੱਖ ਹਾਰ ਚੁੱਕੇ ਨੇ, ਬਸ ਹਮਲਾ ਕਰੋ, ਅਟੈਕ ਕਰੋ। ਵੱਡਾ ਤੇ ਮਾਰੂ ਹਮਲਾ ਫਿਰ ਜਿਹੜਾ ਉਹਨੇ ਕੀਤਾ ਉਹ ਸੀ, ਹੁਣ ਕਹਿੰਦਾ ਜੰਗਲਾਂ ਨੂੰ ਅੱਗ ਲਾ ਦਿਓ। ਬਹੁਤ ਕਹਿਰ ਦਾ ਸਮਾਂ ਸਿੱਖਾਂ ਉੱਤੇ ਆ ਗਿਆ ਜਦੋਂ ਜੰਗਲਾਂ ਨੂੰ ਅੱਗ ਲਾ ਦਿੱਤੀ ਗਈ। ਤੁਹਾਨੂੰ ਪਤਾ ਹੈ ਆ ਹੁਣੇ ਇਸੇ ਸਾਲ ਦੇ ਵਿੱਚ ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਲੱਗੀ ਸੀ, ਕਿੰਨੀ ਕੁ ਤਬਾਹੀ ਹੋਈ ਹੈ। ਪਸ਼ੂ ਪੰਛੀਆਂ ਦਾ ਤਾਂ ਜੋ ਹਾਲ ਹੋਇਆ। ਜਦੋਂ ਉਹਦੇ ਵਿੱਚ ਆਸਰਾ ਬੰਦਿਆਂ ਦਾ ਹੋਊਗਾ ਤਾਂ ਆਪ ਅੰਦਾਜ਼ਾ ਲਾਇਓ ਕਿ ਉਹਨਾਂ ਦੀ ਹਾਲਤ ਕੀ ਹੋਈ ਹੋਊਗੀ। ਭੁੱਖੇ ਪਿਆਸੇ ਨੇ, ਬਾਹਰ ਮਾਰਨ ਦੇ ਲਈ ਚਾਰੇ ਪਾਸੇ, ਇੱਕ ਪਾਸੇ ਫੌਜਾਂ ਖੜੀਆਂ ਨੇ, ਪਿੱਛੇ ਜੰਗਲ ਨੂੰ ਅੱਗ ਲੱਗ ਚੁੱਕੀ ਹੈ, ਤੀਸਰੇ ਪਾਸੇ ਰਾਵੀ ਦਰਿਆ ਹੈ ਔਰ ਜਿਹੜਾ ਚੜ੍ਹਿਆ ਹੋਇਆ। ਕੁਦਰਤ ਦੇ ਕਹਿਰ ਹੁੰਦਾ ਸੀ। ਜਦੋਂ ਸਰਸਾ ਪਾਰ ਕੀਤੀ ਹੈ ਸਰਸਾ ਵੀ ਚੜ੍ਹੀ ਹੋਈ, ਜਦੋਂ ਰਾਵੀ 'ਤੇ ਆਏ ਨੇ ਰਾਵੀ ਚੜ੍ਹੀ ਹੋਈ, ਜਦੋਂ ਅਟਕ ਦਰਿਆ ਲੰਘਣਾ ਦੀ ਅਟਕ ਚੜ੍ਹਿਆ ਹੋਇਆ। ਇਹ ਕਹਿ ਲਓ ਕਿ ਇਮਤਿਹਾਨ ਹੈ ਜਿਹੜਾ ਸਮੇਂ ਨੇ ਔਰ ਕੁਦਰਤ ਨੇ ਸਿੱਖਾਂ ਦਾ ਰੱਜ ਕੇ ਲਿਆ ਔਰ ਇਸ 'ਚ ਪਾਰ ਹੁੰਦੇ ਰਹੇ ਨੇ ਗੁਰੂ ਦੇ ਓਟ ਆਸਰਾ ਲੈ ਕੇ, ਕਦੇ ਘਬਰਾਏ ਨਹੀਂ। ਅਟਕ ਦੀਆਂ ਕੀ ਗੱਲਾਂ ਸੀ ਉਹ ਆਪਾਂ ਬਾਅਦ 'ਚ ਕਰਾਂਗੇ।
ਸੋ ਕਿਉਂਕਿ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਆ, ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਆ। ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ, ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ, ਵੱਡੇ ਸਿਰਾਂ ਦੇ ਜਦੋਂ ਅਸੀਂ ਮੁੱਲ ਪੈਂਦੇ ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ। ਬੰਦ ਵੀ ਕੱਟ ਕੇ ਵੇਖ ਚੁੱਕੇ ਫੁੱਲ, ਮਹਿਕਣੋਂ ਜਰਾ ਨਾ ਬੰਦ ਹੋਏ, ਚਾਰ ਚੜਖਰੀ ਪੜਖ ਦੇ ਯੋਧਿਆਂ ਨੂੰ ਸਾਡੇ ਕੱਦ ਸੀ ਹੋਰ ਬੁਲੰਦ ਹੋਏ। ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਤੇ ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ, ਉੱਚਾ ਸੁੱਟ ਕੇ ਬੋਚ ਦੇ ਨੇਜਿਆਂ ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ। ਪਰ ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ, ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ। ਜਾ ਕੇ ਪੁੱਛ ਲਓ ਮੁਗਲ ਦਰਬਾਰ ਕੋਲੋਂ, ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਰਹਿ ਜੇ, ਪੁੱਛ ਵੇਖਿਓ ਡਾਇਰ ਪਰਿਵਾਰ ਕੋਲੋਂ। ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ, ਕੋਇਲ ਉਸ ਥਾਂ ਆਣ ਕੇ ਚਹਿਕਦੀ ਹੈ, ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ, ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ। ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ, ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਆਪਣੇ ਧਰਮ ਦੀ ਇੱਕ ਇੱਕ ਮੰਗ ਉੱਤੇ। ਸੋ ਇਹ ਉਹ ਯੋਧੇ ਨੇ ਜਿਨ੍ਹਾਂ ਕੌਮ ਦੀ ਸਿਰਜਣਾ ਕਰਨੀ ਹੈ। ਇਹੋ ਜਿਹੇ ਵੇਲੇ ਕੋਈ ਵੀ ਕੌਮ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਲੰਬਾ ਸੰਘਰਸ਼ ਉਹ ਜਾਰੀ ਰੱਖ ਸਕਦੀ। ਚਾਰੇ ਪਾਸਿਓਂ ਘੇਰਿਆ, ਹੁਣ ਫੈਸਲਾ ਹੋ ਗਿਆ ਵੀ ਕਰੀਏ ਕੀ। ਅਖੀਰ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸੁੱਖਾ ਸਿੰਘ ਹੋਰਾਂ ਨੇ ਸਲਾਹ ਕੀਤੀ ਕਿ ਹੁਣ ਹੋਰ ਕੋਈ ਹੱਲ ਨਹੀਂ, ਆਪਾਂ ਰਾਵੀ ਦਰਿਆ ਪਾਰ ਕਰੀਏ। ਸੋ ਰਾਵੀ ਦਰਿਆ ਪਾਰ ਕਰਨ ਦਾ ਫੈਸਲਾ ਹੋ ਗਿਆ। ਸਵੇਰੇ ਹੀ ਫੌਜਾਂ ਲੜਦੇ ਲੜਦੇ ਰਾਵੀ ਦਰਿਆ ਤੇ ਪਹੁੰਚੀਆਂ, ਪਰ ਸਰਦਾਰ ਡੱਲੇਵਾਲੀਆ, ਗੁਰਦੇਵ ਸਿੰਘ ਡੱਲੇਵਾਲੀਆ ਦੇ ਭਰਾਵਾਂ ਨੇ ਬੇਨਤੀ ਕੀਤੀ ਪੰਥ ਅੱਗੇ ਕਿ ਇਸ ਤਰ੍ਹਾਂ ਦਰਿਆ ਪਾਰ ਨਾ ਕਰਿਆ ਜਾਵੇ। ਪਹਿਲਾਂ ਅਸੀਂ, ਡੱਲੇਵਾਲੀ ਦੇ ਦੋਨੋਂ ਭਰਾਵਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ, ਪਹਿਲਾਂ ਅਸੀਂ ਦੇਖਦੇ ਹਾਂ, ਅਸੀਂ ਦਰਿਆ 'ਚ ਜਾਂਦੇ ਹਾਂ ਦੋਨੇ ਘੋੜੇ ਲੈ ਕੇ, ਜੇ ਅਸੀਂ ਪਾਰ ਹੋ ਗਏ ਬਾਕੀ ਸਾਡੇ ਭਰਾ ਪਿੱਛੇ ਪਿੱਛੇ ਆਇਓ, ਜੇ ਅਸੀਂ ਪਾਰ ਨਾ ਹੋ ਸਕੇ ਫੇਰ ਤੁਸੀਂ ਰਿਸਕ ਨਾ ਲਿਓ। ਪੰਥ ਵਸੇ ਮੈਂ ਉਜੜਾਂ, ਮਨ ਚੌਕ ਨੇਰਾ, ਆਹ ਹੁੰਦੇ ਤੇ ਜਥੇਦਾਰ। ਮੈਂ ਮਰੂੰਗਾ ਪਹਿਲਾਂ, ਕੌਮ ਨੂੰ ਬਚਾਉਣਾ ਹੈ। ਹੁਣ ਕੀ ਹੈ, ਕੌਮ ਨੂੰ ਲਾ ਦਿਓ ਅੱਗੇ, ਤੁਸੀਂ ਮਰ ਜਾਓ, ਅਸੀਂ ਗੱਦੀਆਂ ਲੈਣੀਆਂ ਨੇ। ਦੋਨੇ ਭਰਾਵਾਂ ਨੇ ਕੱਫਣ ਬੰਨ੍ਹ ਲਏ ਸਿਰਾਂ ਤੇ। ਇਹ ਨਹੀਂ ਕਿ ਕੋਈ ਸਪੈਸ਼ਲ ਕੱਪੜਾ ਲਿਆਂਦਾ ਉੱਥੇ ਜੰਗਲ 'ਚ ਵੀ ਚਿੱਟਾ ਕੱਪੜਾ ਸਿਰ ਤੇ ਲਪੇਟ ਕੇ ਹੀ ਕੱਫਣ ਹੁੰਦਾ, ਇਹ ਸਿੰਬਲ ਹੈ। ਸੀਸ ਤਲੀ ਤੇ ਰੱਖਣਾ ਸਿੰਬਲ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹਦਾ ਮੀਨਿੰਗ ਹੈ ਕਿ ਸੱਚੇ ਰਾਹ ਦੇ ਉੱਤੇ ਇਤ ਮਾਰਗ, ਇਸ ਰਾਹ ਦੇ ਉੱਤੇ ਜੇ ਪੈਰ ਧਰਤਾ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੈ। ਸੱਚਾਈ ਦੀ ਰਾਹ ਤੇ ਚੱਲਦੇ ਆ, ਫਿਰ ਸਿਰ ਦੇਵੇ ਤਾਂ ਪਰਵਾਹ ਨਹੀਂ। ਇਹਨਾਂ ਨੇ ਦੋਨੇ ਭਰਾਵਾਂ ਨੇ ਕੌਮ ਦੀ ਜ਼ਿੰਦਗੀ ਬਚਾਉਣ ਦੇ ਲਈ ਆਪਣਾ ਆਪਾ ਪੇਸ਼ ਕੀਤਾ ਹੈ। ਇਹ ਇੱਕ ਵਾਰੀ ਨਹੀਂ, ਘਟਨਾਵਾਂ ਘਟੀਆਂ, ਅੱਗੇ ਅੱਗੇ ਸਾਂਝ ਕਰਾਂਗੇ ਆਪਾਂ। ਜਥੇਦਾਰ ਕਿਵੇਂ ਹਮੇਸ਼ਾ ਮੂਹਰੇ ਹੋ ਕੇ ਆਪਣੇ ਆਪ ਨੂੰ ਤੇ ਪੇਸ਼ ਕਰਦੇ ਰਹੇ ਨੇ, ਤੇ ਜਦੋਂ ਦੋਨੇ ਭਰਾਵਾਂ ਨੇ ਪੇਸ਼ ਕੀਤਾ ਤੇ ਦੋਨਿਆਂ ਨੇ ਘੋੜੇ ਰਾਵੀ ਦਰਿਆ 'ਚ ਠੇਲ ਦਿੱਤੇ। ਰਾਵੀ ਚੜਿਆ ਹੋਇਆ ਸੀ, ਨਾ ਤਾਂ ਘੋੜੇ ਦਿਖੇ ਮੁੜ ਕੇ ਤੇ ਨਾ ਉਹ ਦੋਨੋਂ ਭਰਾ। ਰਾਵੀ ਰੋੜ ਕੇ ਲੈ ਗਿਆ, ਪਰ ਹਜ਼ਾਰਾਂ ਦੀ ਜਾਨ ਬਚਾ ਗਏ। ਦੋਨਾਂ ਨੇ ਜਾਨ ਕੁਰਬਾਨ ਕਰ ਦਿੱਤੀ ਆਪਣੇ ਭਰਾਵਾਂ ਦੀ ਜਾਨ ਬਚਾਉਣ ਦੇ ਲਈ। ਇਹਨੂੰ ਕਹਿੰਦੇ ਨੇ ਕੌਮੀ ਪਿਆਰ, ਆਪਣੀ ਸਿੱਖੀ ਸਿਦਕ ਦਾ ਭਰੋਸਾ, ਇਹਨੂੰ ਕਹਿੰਦੇ ਨੇ। ਇਹ ਨਹੀਂ ਕਿ ਤੁਸੀਂ ਦੇਖੋ ਜਾਂ ਜਥੇਦਾਰ ਹੁਕਮ ਕਰੇ ਕਿ ਫਲਾਣਾ ਜਾਓ, ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ। ਜਦੋਂ ਤੋਪਾਂ ਦੇ ਅੱਗੇ ਮੋਢਾ ਡਾਉਣ ਦੀ ਗੱਲ ਆਈ ਸੀ, ਉਹ ਆਪਾਂ ਅੱਗੇ ਸਾਂਝ ਕਰਾਂਗੇ, ਉਦੋਂ ਵੀ ਜਥੇਦਾਰ ਨੇ ਅੱਗੇ ਹੋ ਕੇ ਪਹਿਲ ਕੀਤੀ ਸੀ। ਉਦੋਂ ਦਾ ਤੇ ਅੱਜ ਦਾ ਆਹੀ ਫਰਕ ਹੈ। ਅਣਖ ਦਾ ਅਜ਼ਲੀ ਨਸ਼ਾ ਬੁੱਕੀ ਪਿਲਾਵਣ ਵਾਲਿਆ, ਚਿੰਬੜੀਆਂ ਅੱਜ ਕੌਮ ਤੇਰੀ ਨੂੰ ਕਈ ਬਿਮਾਰੀਆਂ, ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਇਹ ਸੇਵਕਾਂ ਦੀ ਕੌਮ ਅੱਜ ਮੰਗਦੀ ਜਥੇਦਾਰੀਆਂ। ਦੁਸ਼ਮਣਾਂ ਤੇ ਕੀ ਗਲਾਈ, ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ। ਅੱਜ ਕਲਮ ਮੇਰੀ ਦੇ ਹੰਝੂਆਂ 'ਚ ਉਹ ਤਾਸੀਰ ਨਹੀਂ, ਅੱਜ ਕਿਸੇ ਰਣਜੀਤ ਸਿੰਘ ਦੀ ਚਮਕਦੀ ਸ਼ਮਸ਼ੀਰ ਨਹੀਂ, ਅੱਜ ਕਿਸੇ ਨਲੂਏ ਦੇ ਡੌਲੇ ਫਰਕ ਦੇ ਤੱਕੇ ਨਾ ਮੈਂ, ਜਦੋਂ ਕਿ ਤਲਵੰਡੀ ਵੀ ਤੇਰੀ ਕੌਮ ਦੀ ਜਗੀਰ ਨਹੀਂ। ਕੀ ਇਹਨਾਂ ਸਿੱਖਾਂ ਦਾ ਚੇਲਾ ਸੈਂ ਗੁਰੂ ਗੋਬਿੰਦ ਸਿੰਘ, ਅੱਜ ਜਿਨ੍ਹਾਂ ਦੀ ਅਣਖ ਨਹੀਂ, ਇੱਜ਼ਤ ਨਹੀਂ, ਜ਼ਮੀਰ ਨਹੀਂ।
ਰੱਬ ਜਾਣੇ ਕਿਹੜੀ ਮਿੱਟੀ ਦੇ ਬਣੇ ਉਹ ਸਿੱਖ ਸਨ। ਗੇਲੀਆਂ ਵਾਂਗੂ ਜਿਨ੍ਹਾਂ ਦੇ ਸੀਸ ਚੀਰੇ ਆਰੀਆਂ, ਆ ਤਾਂ ਤੇਰੇ ਸੂਰਮੇ ਐਡੇ ਨਸ਼ਈ ਹੋ ਗਏ, ਸ਼ਰਾਬ ਦੀ ਬੋਤਲ ਬਿਨਾਂ ਹੁਣ ਨਹੀਂ ਚੜ੍ਹਦੀਆਂ ਖੁਮਾਰੀਆਂ। ਜੇ ਚੜ੍ਹ ਗਈ ਤਾਂ ਬਸ ਫਿਰ ਐਡੇ ਬਹਾਦਰ ਹੋ ਗਏ, ਆਪਣੇ ਹੀ ਵੀਰਾਂ ਦੇ ਢਿੱਡੀਂ ਖੋਭਦੇ ਕਟਾਰੀਆਂ। ਦੁਸ਼ਮਣਾਂ ਤੇ ਕੀ ਗਿਲਾਈ, ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ। ਆਪ ਵੇਚਤੀਆਂ, ਖੁਦ ਗਿਰਵੀ ਰੱਖਤੀਆਂ, ਕੁਰਸੀਆਂ ਪਿੱਛੇ, ਚੌਧਰਾਂ ਪਿੱਛੇ। ਜਦੋਂ ਕੋਈ ਮਸਲਾ ਆਉਂਦਾ ਨਿੱਜ ਮੂਹਰੇ ਹੁੰਦਾ, ਕੌਮ ਮੂਹਰੇ ਨਹੀਂ ਹੁੰਦੀ। ਅੱਗੇ ਜਾ ਕੇ ਮੈਂ ਸਾਂਝ ਕਰੂੰਗਾ, ਮੇਰੇ ਛੋਟੀ ਜਿਹੀ ਯਾਦ ਆ ਗਈ। ਸਾਚੀ ਸਾਖੀ 'ਚ ਜ਼ਿਕਰ ਹੈ ਕਿ ਸਿੱਖਾਂ ਨੇ ਜਦੋਂ ਅਰਦਾਸ ਕੀਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਦੇ ਉੱਤੇ ਖੜ ਕੇ ਕਿਸ ਢੰਗ ਦੇ ਨਾਲ ਉਹ ਅਰਦਾਸ ਸੁਣੀ ਗਈ, ਗੁਰੂ ਖੜ ਗਿਆ, ਸਿੱਖ ਨਹੀਂ ਖੜੇ। ਸਾਂਝ ਕਰਾਂਗੇ, ਕਿਉਂਕਿ ਇਹੋ ਜਿਹੀਆਂ ਬੇਅੰਤ ਘਟਨਾਵਾਂ ਆਉਣਗੀਆਂ। ਜੇ ਆਪਾਂ ਪਿਛਲਾ ਅੱਗੇ ਲੈ ਕੇ ਆਉਂਦੇ ਰਹੇ ਫਿਰ ਆਪਣੇ ਤੋਂ ਅੱਗੇ ਨਹੀਂ ਤੁਰਿਆ ਜਾਣਾ। ਸੋ ਉਹਨਾਂ ਯੋਧਿਆਂ ਨੇ ਆਪਣਾ ਆਪਾ ਪੇਸ਼ ਕਰਿਆ। ਦੋਨੇ ਉਹ ਤਾਂ ਨਹੀਂ ਨਜ਼ਰ ਆਏ, ਪਰ ਕੌਮ ਹਮੇਸ਼ਾ ਦੇ ਲਈ ਨਜ਼ਰ ਆ ਗਈ, ਕੌਮ ਨੂੰ ਬਚਾ ਗਏ। ਹੁਣ ਫੈਸਲਾ ਫੇਰ ਹੋਇਆ। ਸੁੱਖਾ ਸਿੰਘ ਨੇ ਆਖਿਆ ਹੁਣ ਕਿੰਨਾ ਚਿਰ ਬਰਦਾਸ਼ਤ ਕਰੀਏ। ਸਾਹਮਣੇ ਪਹਾੜ ਨੇ, ਬਸੋਲੀ ਤੇ ਕਠੂਹੇ ਦੀਆਂ ਪਹਾੜੀਆਂ। ਤਾਂ ਫੈਸਲਾ ਹੋ ਗਿਆ, ਹੁਣ ਪਿੱਛੇ ਜੰਗਲ ਨੂੰ ਅੱਗ ਲੱਗੀ ਆ, ਮੁੜਿਆ ਨਹੀਂ ਜਾ ਸਕਦਾ। ਇੱਕ ਪਾਸੇ ਲੱਖੂ ਹੈ, ਉਹਨੇ ਜਾਣ ਨਹੀਂ ਦੇਣਾ। ਤੀਸਰੇ ਪਾਸੇ ਰਾਵੀ ਹੈ। ਫੈਸਲਾ ਹੋਇਆ ਕਿ ਆਓ ਹੁਣ ਆਪਾਂ ਕੋਈ ਅਗਲੀ ਰਣਨੀਤੀ ਉਲੀਕਦੇ ਹਾਂ, ਕਿਉਂਕਿ ਰਾਤ ਨੂੰ ਥੋੜ੍ਹਾ ਜਿਹਾ ਸਮਾਂ ਮਿਲ ਜਾਂਦਾ ਸੀ। ਤਾਂ ਸਿੱਖਾਂ ਨੇ ਸੋਚਿਆ ਕਿ ਕੱਲ੍ਹ ਨੂੰ ਇੱਕ ਖੂੰਖਾਰ ਅਟੈਕ ਕਰੀਏ। ਤਾਂ ਸਾਰੇ ਇਕੱਠੇ ਹੋ ਕੇ ਬਹੁਤ ਭਿਆਨਕ ਲੜਾਈ ਕੀਤੀ ਹੈ। ਬੁਰੀ ਤਰ੍ਹਾਂ ਲਖਪਤ ਦੀਆਂ ਫੌਜਾਂ ਦਾ ਨੁਕਸਾਨ ਕੀਤਾ ਔਰ ਸਿੱਖ ਉਹਨੂੰ ਚੀਰ ਕੇ ਲੰਘ ਗਏ, ਰਾਹ ਬਣਾ ਕੇ ਇੱਕ ਸਾਈਡ ਤੋਂ ਉਹਦਾ ਪਾਸਾ ਤੋੜ ਦਿੱਤਾ ਫੌਜਾਂ ਦਾ, ਤੇ ਲੰਘ ਗਏ। ਅੱਗੇ ਜਾ ਕੇ ਫੇਰ ਸੋਚਦੇ ਨੇ ਵੀ ਹੁਣ ਆਪਾਂ ਆ ਤਾਂ ਗਏ, ਪਰ ਲੱਖੂ ਨੇ ਕਿਹੜਾ ਆਪਣਾ ਖਹਿੜਾ ਛੱਡਣਾ, ਪਿੱਛਾ ਤਾਂ ਉਹਨੇ ਛੱਡਣਾ ਨਹੀਂ, ਤੇ ਆਪਣੇ ਕੋਲੇ ਕੋਈ ਸਾਜੋ ਸਮਾਨ ਨਹੀਂ, ਨਾ ਘੋੜੇ ਨੇ, ਨਾ ਹਥਿਆਰ ਨੇ, ਨਾ ਦਾਣਾ ਖਾਣਾ। ਕਹਿੰਦੇ ਫੇਰ ਇਹ ਚੀਜ਼ਾਂ ਦੀ ਤਾਂ ਲੋੜ ਕਿੱਥੋਂ ਮਿਲਣਗੀਆਂ? ਕਹਿੰਦੇ ਵੀ ਪੰਥ ਦੇ ਬੈਰੀ ਕੋਲੋਂ, ਲੱਖੂ ਕੋਲੋਂ। ਹੈਰਾਨੀ ਦੀ ਗੱਲ ਦੇਖੋ ਵੀ ਪਹਿਲਾਂ ਘੇਰੇ 'ਚੋਂ ਨਿਕਲਣ ਦਾ ਟਾਈਮ ਨਹੀਂ ਮਿਲਦਾ, ਦੁਬਾਰੇ ਫੇਰ ਉਸ ਘੇਰੇ 'ਚ ਜਾਣ ਨੂੰ ਤਿਆਰ ਨੇ ਵੀ ਉਹ ਉੱਥੋਂ ਹੀ ਲੈਣੀਆਂ ਨੇ। ਸੋ ਮਤਾ ਪੈ ਗਿਆ, ਜਕਾਰੇ ਛੱਡਤੇ, ਦੁਬਾਰੇ ਫੇਰ ਰਾਤ ਨੂੰ ਅਟੈਕ ਕਰਕੇ ਉਸੇ ਤੋਂ ਬਹੁਤ ਸਾਰਾ ਮਾਲ ਅਸਬਾਬ ਫੇਰ ਖੋਹਿਆ ਗਿਆ। ਕਿਹੋ ਜਿਹਾ ਜਿਗਰਾ ਸੀ ਉਹਨਾਂ ਯੋਧਿਆਂ ਦਾ। ਸੁੱਖਾ ਸਿੰਘ ਦੀ ਲੱਤ ਟੁੱਟ ਚੁੱਕੀ ਹੈ, ਘੋੜੇ ਦੇ ਹੰਨੇ ਨਾਲ ਬੰਨੀ ਫਿਰਦਾ, ਫੇਰ ਵੀ ਲੜ ਰਿਹਾ। ਸਾਜੋ ਸਮਾਨ ਮਿਲ ਗਿਆ। ਹੁਣ ਫੇਰ ਲੜਾਈ ਤੁਹਾਨੂੰ ਦੱਸਿਆ ਇੱਕ ਦਿਨ 'ਚ ਤਾਂ ਚੱਲੀ ਨਹੀਂ, ਤਕਰੀਬਨ 3 ਮਹੀਨੇ ਇਹ ਉਹਨਾਂ ਦਾ ਘੇਰਾ ਔਰ ਲੜਾਈ ਚੱਲੀ ਹੈ। ਤਾਂ ਹੁਣ ਪਹਾੜੀਆਂ ਤੇ ਚੜ੍ਹਨ ਦਾ ਸਮਾਂ ਰਹਿ ਗਿਆ ਵੀ ਹੋਰ ਕੋਈ ਪਾਸਾ ਨਹੀਂ, ਆਓ ਪਹਾੜੀਆਂ ਤੇ ਚੜ੍ਹਦੇ ਹਾਂ। ਮਨ ਵਿੱਚ ਸਿੱਖਾਂ ਦੇ ਇਹ ਸੀ ਕਿ ਪਹਾੜੀਏ, ਕਿਉਂਕਿ ਹਿੰਦੂ ਪਹਾੜੀ ਰਾਜੇ ਨੇ ਤੇ ਇਹ ਸਾਡੀ ਮਦਦ ਕਰਨਗੇ, ਕਿਉਂਕਿ ਆਪਾਂ ਦੇਸ਼ ਦੀ ਆਜ਼ਾਦੀ ਲਈ ਮੁਗਲ ਹਕੂਮਤ ਨੂੰ ਖਤਮ ਕਰਨ ਲਈ ਲੜ ਰਹੇ ਹਾਂ ਤੇ ਆਪਣਾ ਸਾਥ ਜ਼ਰੂਰ ਦੇਣਗੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਉਪਕਾਰ ਨੇ, ਉਹਨਾਂ ਕਰਕੇ ਆਪਾਂ ਨੂੰ ਆਸਰਾ ਜ਼ਰੂਰ ਦੇਣਗੇ। ਪਰ ਉਹ ਦਿਮਾਗ 'ਚੋਂ ਭੁੱਲ ਚੁੱਕੇ ਤੇ ਕਿ ਉਹਨਾਂ ਦਾ ਹੀ ਇੱਕ ਭਰਾ ਲਖਪਤ ਸਾਡਾ ਕਾਤਲ ਬਣ ਕੇ ਪਿੱਛੇ ਲੱਗਿਆ ਹੋਇਆ। ਤੇ ਇਹ ਉਹੀ ਪਹਾੜੀ ਨੇ ਜਿਹਨਾਂ ਨੇ ਪੂਰੀ ਉਮਰ ਗੁਰਦੇਵ ਪਾਤਸ਼ਾਹ ਜੀ ਨੂੰ ਚੈਨ ਨਾਲ ਨਹੀਂ ਬੈਠਣ ਦਿੱਤਾ। ਫਿਰ ਵੀ ਕਿਤੇ ਨਾ ਕਿਤੇ ਮਨ 'ਚ ਇੱਕ ਉਮੀਦ ਸੀ, ਇੱਕ ਆਸ ਸੀ ਵੀ ਸ਼ਾਇਦ ਸਾਡੀ ਮਦਦ ਕਰਨਗੇ। ਪਹਾੜਾਂ ਵੱਲ ਨੂੰ ਰੁਖ ਕੀਤਾ ਤੇ ਪਹਾੜਾਂ ਤੇ ਜਦੋਂ ਚੜ੍ਹਨ ਲੱਗੇ ਨੇ, ਪੈਦਲ ਤਾਂ ਸੌਖੇ ਚੜ੍ਹ ਰਹੇ ਤੇ ਪਹਾੜਾਂ ਤੇ, ਘੋੜ ਸਵਾਰਾਂ ਲਈ ਤਾਂ ਬਹੁਤ ਔਖਾ ਹੋ ਗਿਆ। ਘੋੜਾ ਕਈ ਚੜ੍ਹਦੇ ਪੈਰ ਫਿਸਲਦਾ, ਸਣੇ ਸਵਾਰ ਖੱਡਾਂ 'ਚ ਡਿੱਗ ਕੇ ਚਕਨਾਚੂਰ। ਸੈਂਕੜੇ ਬੰਦੇ ਇੱਥੇ ਸ਼ਹੀਦ ਹੋ ਗਏ, ਮਾਰੇ ਗਏ। ਕੁਛ ਰਾਵੀ 'ਚ ਰੁੜ ਗਏ, ਕੁਛ ਪਹਾੜਾਂ ਤੋਂ ਗਿਰ ਗਏ। ਪੈਦਲ ਫਿਰ ਇੱਕੋ ਫੈਸਲਾ ਹੋਇਆ ਕਿ ਸਿਰਫ ਪੈਦਲ ਸਵਾਰ ਨੇ ਜਿਹੜੇ, ਜਿੰਨੇ ਹੋ ਸਕਦਾ ਉਹ ਜਾਣ ਪੈਦਲ। ਸਰਦਾਰ ਸੁੱਖਾ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਪੈਦਲ ਪਹਾੜੀਆਂ ਤੇ ਚੜ੍ਹ ਰਹੇ ਨੇ, ਉਨਾ ਚਿਰ ਲੱਖੂ ਦੀਆਂ ਫੌਜਾਂ ਨੂੰ ਘੋੜਸਵਾਰ ਰੋਕ ਕੇ ਰੱਖਣਗੇ। ਆਪਾਂ ਇੱਥੇ ਟਾਕਰਾ ਕਰਾਂਗੇ, ਆਪਾਂ ਉਦੋਂ ਬਾਅਦ ਵਾਪਸ ਲੱਖੂ ਦੀਆਂ ਫੌਜਾਂ ਨੂੰ ਚੀਰ ਕੇ ਨਿਕਲਣ ਦੀ ਕੋਸ਼ਿਸ਼ ਕਰਾਂਗੇ। ਸੋ ਪੈਦਲ ਪਹਾੜਾਂ ਨੂੰ ਚੜ੍ਹਨੇ ਸ਼ੁਰੂ ਹੋ ਗਏ ਤੇ ਐਨੇ ਉੱਤੇ ਪਹਾੜੀਏ ਆ ਫੌਜਾਂ ਆ ਕੇ ਖੜ ਗਈਆਂ। ਉਹਨਾਂ ਨੇ ਸੋਚਿਆ ਸਿੱਖਾਂ ਨੇ ਵੀ ਸਾਡੀ ਮਦਦ ਵਾਸਤੇ ਆਏ ਨੇ, ਤੇ ਸਿੱਖ ਪਹਾੜੀਆਂ ਤੇ ਚੜ੍ਹਦੇ ਗਏ। ਤੇ ਜਦੋਂ ਚੜ੍ਹ ਗਏ ਉੱਤੇ ਸੈਂਕੜਿਆਂ 'ਚ, ਕਿਉਂਕਿ ਮਨ 'ਚ ਉਹਨਾਂ ਦੇ ਹੈ ਹੀ ਨਹੀਂ ਸੀ ਵੀ ਲੜਨ ਆਏ ਨੇ, ਉਹਨਾਂ ਨੂੰ ਪਤਾ ਉਦੋਂ ਲੱਗਿਆ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂ ਕਈਆਂ ਨੂੰ ਮਾਰ ਦਿੱਤਾ ਗਿਆ। ਉਹ ਪਹਿਲਾ ਪੂਰ ਮਾਰਤਾ ਜਾਂ ਗ੍ਰਿਫਤਾਰ ਕਰ ਲਿਆ। ਜਿਹੜੇ ਥੱਲੋਂ ਹੋਰ ਚੜ੍ਹੇ ਆ ਰਹੇ ਤੇ ਉਹਨਾਂ ਤੇ ਗੋਲੀਆਂ ਤੇ ਤੀਰਾਂ ਦਾ ਮੀਂਹ ਉਹਨਾਂ ਪਹਾੜੀਆਂ ਨੇ ਬਰਸਾਉਣਾ ਸ਼ੁਰੂ ਕਰਤਾ। ਸਿੱਖਾਂ ਦੇ ਭਾਅ ਦੀ ਬੜੀ ਵੱਡੀ ਮੁਸੀਬਤ ਬਣ ਗਈ, ਕਿਸ ਪਾਸੇ ਜਾਣ।
ਕੋਈ ਰਾਹ ਨਹੀਂ। ਅਖੀਰ ਨੂੰ ਸਰਦਾਰ ਜੱਸਾ ਸਿੰਘ ਨੇ ਇੱਕੋ ਹੁਕਮ ਕੀਤਾ ਕਿ ਜਿਵੇਂ ਵੀ ਹੋ ਸਕਦਾ ਹੁਣ ਆਹੀ ਰਾਹ ਹੈ, ਤੁਹਾਨੂੰ ਪਹਾੜੀ ਤੇ ਹੀ ਚੜ੍ਹਨਾ ਪਊ। ਜਿਹੜਾ ਬਚ ਗਿਆ ਉਹ ਬਚ ਗਿਆ, ਜਿਹੜਾ ਮਰ ਗਿਆ ਮਰ ਗਿਆ, ਹੁਣ ਹੋਰ ਕੋਈ ਰਾਹ ਨਹੀਂ। ਸੋ ਲੜਦੇ ਮਰਦੇ ਡਿੱਗਦੇ ਢਹਿੰਦੇ ਚੜ੍ਹਨੇ ਸ਼ੁਰੂ ਹੋ ਗਏ। ਜਦੋਂ ਉੱਪਰ ਥੋੜ੍ਹੇ ਬਹੁਤੇ ਪਹੁੰਚਣੇ ਸ਼ੁਰੂ ਹੋ ਗਏ, ਫਿਰ ਉਹਨਾਂ ਦੀ ਤੇਗ ਅੱਗੇ, ਕਿਉਂਕਿ ਜਿਹੜਾ ਬੰਦਾ ਮੌਤ ਦੀ ਪਰਵਾਹ ਕਰੇ ਬਿਨਾਂ ਚੱਲ ਰਿਹਾ, ਉਹਦੇ ਅੱਗੇ ਕਿੰਨਾ ਚਿਰ ਪਹਾੜੀਆਂ ਨੇ ਖੜਨਾ ਸੀ। ਡਿੱਗਦੇ ਢਹਿੰਦੇ ਚੜ੍ਹ ਗਏ। ਜਦੋਂ ਉੱਤੇ ਜਾ ਕੇ ਟਾਕਰਾ ਕੀਤਾ ਤਾਂ ਹੌਲੀ ਹੌਲੀ ਉਹਨਾਂ ਨੇ ਪਹਾੜੀਆਂ ਤੋਂ ਖਾਲੀ ਕਰਾਉਣੀਆਂ ਸ਼ੁਰੂ ਕਰ ਲਈਆਂ। ਇੱਕ ਦੋ ਪਹਾੜੀ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ, ਪਰ ਉੱਪਰਲੀਆਂ ਪਹਾੜੀਆਂ ਤੇ ਉਹਨਾਂ ਦਾ ਪਹਾੜੀਆਂ ਦਾ ਹੀ ਫੌਜੀਆਂ ਦਾ ਕਬਜ਼ਾ ਸੀ ਤੇ ਉਹ ਗੋਲੀਆਂ ਮਾਰਦੇ ਰਹੇ। ਕਾਫੀ ਵੱਡੀ ਗਿਣਤੀ ਵਿੱਚ ਪੈਦਲ ਉੱਪਰ ਚੜ੍ਹ ਗਏ, ਪਰ ਬਹੁਤ ਵੱਡਾ ਨੁਕਸਾਨ ਹੋਇਆ। ਤਾਂ ਹੀ ਇਹਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਅਖੀਰ ਨੂੰ ਬਾਕੀ ਫੌਜਾਂ ਵਾਪਸ ਆਈਆਂ। ਰਾਵੀ ਦੇ ਨਾਲ ਨਾਲ ਅੱਗੇ ਨੂੰ ਵਧਣਾ ਸ਼ੁਰੂ ਕਰਤਾ ਉਹਨਾਂ ਨੇ। ਕਾਫੀ ਦੂਰ ਜਾ ਕੇ, ਕਿਉਂਕਿ ਲੱਖੂ ਦੀਆਂ ਫੌਜਾਂ ਦੂਰ ਰਹਿ ਗਈਆਂ ਸੀ, ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਇੱਥੋਂ ਦਰਿਆ ਪਾਰ ਕਰਿਆ ਜਾਵੇ। ਤਾਂ ਤੁਲੇ ਦੇ ਬੇੜੇ ਬਣਾ ਕੇ, ਦੱਬ ਕਾਹੀ ਨੂੰ ਇਕੱਠਾ ਕਰਕੇ, ਬਾਂਸਾਂ ਨੂੰ ਲੈ ਕੇ, ਟੈਂਪਰੇਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿਸ਼ਤੀਆਂ ਬਣਾ ਕੇ, ਉਹ ਰਾਵੀ ਪਾਰ ਕੀਤੀ। ਪਰ ਹੁਣ ਤੱਕ ਜੂਨ ਮਹੀਨਾ ਆ ਚੁੱਕਿਆ ਸੀ ਤੇ ਅੱਗੇ ਰੇਤਲਾ ਇਲਾਕਾ ਦੀ ਤਪਿਆ ਹੋਇਆ, ਔਰ ਜਿਹੜੀ ਉੱਥੋਂ ਦਾ ਰੇਤ ਸੀ ਅੱਗ ਵਾਂਗੂ ਤਪਿਆ ਹੋਇਆ, ਭੜਥਾ ਬਣਿਆ ਪਿਆ ਸੀ। ਘੋੜ ਸਵਾਰ ਪਾਰ ਹੋ ਕੇ ਆਪਣੇ ਭਰਾਵਾਂ ਨੂੰ ਉਡੀਕ ਕਰ ਲਈ ਤੇ ਉਹਨਾਂ ਦਾ ਡਿਫੈਂਸ ਕਰਨ ਦੇ ਲਈ ਖੜੇ ਨੇ। ਹੁਣ ਜਦੋਂ ਪਾਰ ਤਾਂ ਹੋ ਗਏ, ਹੁਣ ਇਲਾਕਾ ਰੇਤਲਾ ਔਰ ਬਹੁਤੇ ਸਿੱਖ ਨੰਗੇ ਪੈਰੀ ਨੇ, ਕਿਉਂਕਿ ਕੁਛ ਤਾਂ ਉਹਨਾਂ ਵੇਲਿਆਂ 'ਚ ਜੁੱਤੀ ਜੋੜਾ ਹੁੰਦਾ ਹੀ ਘੱਟ ਸੀ। ਕੁਛ ਲੜਾਈ ਚੱਲ ਰਹੀ ਹੈ, ਜਿੱਥੇ ਜਿਹਦੀ ਜੁੱਤੀ ਜੋੜਾ ਰਹਿ ਗਿਆ ਉਹਨੇ ਕਿਹੜਾ ਦੁਬਾਰੇ ਪਾਉਣ ਦਾ ਟਾਈਮ ਮਿਲਦਾ ਹੈ ਕਿ ਜੁੱਤੀ ਪਾ ਲਈਏ। ਹੁਣ ਘੋੜ ਸਵਾਰ ਸੀ ਜਿਹੜੇ ਅਸਵਾਰ ਜਿਹਨੂੰ ਆਪਾਂ ਕਹਿ ਦਈਏ, ਉਹ ਤਾਂ ਸੌਖੇ ਲੰਘ ਸਕਦੇ ਤੇ ਉਹਨਾਂ ਵਿੱਚ ਜ਼ਖਮੀ, ਉਹਨਾਂ ਵਿੱਚ ਬਜ਼ੁਰਗ, ਉਹਨਾਂ ਵਿੱਚ ਥੱਕੇ ਹਾਰੇ, ਉਹਨਾਂ ਨੂੰ ਘੋੜੇ ਦਿੱਤੇ ਗਏ ਤੇ ਬਾਕੀਆਂ ਨੇ ਪੈਦਲ ਲੰਘਣਾ ਦੇ। ਤਾਂ ਪੈਰਾਂ ਦਾ ਜੋ ਹਾਲ ਹੋਇਆ, ਅੰਦਾਜ਼ਾ ਲਾ ਲਓ ਕਿ ਤਪਦੇ ਹੋਏ ਰੇਤੇ ਵਿੱਚ ਲੰਘ ਰਹੇ ਨੇ। ਜਦੋਂ ਇੱਕ ਪੈਰ ਰੱਖਦੇ ਨੇ ਦੂਜਾ ਰੱਖਣ ਦੀ ਹਿੰਮਤ ਨਹੀਂ। ਸਰੀਰ ਦੇ ਕੱਪੜੇ ਲਾ ਕੇ ਉਹਨਾਂ ਨੇ ਆਪਣੇ ਪੈਰਾਂ ਨਾਲ ਲਪੇਟੇ, ਦਸਤਾਰੇ ਲਾ ਕੇ ਪੈਰਾਂ ਨਾਲ ਲਪੇਟੇ ਨੇ। ਪਰ ਇਹ ਕੱਪੜਾ ਕਿੰਨਾ ਚਿਰ ਭੁੱਬਲ ਵਰਗੀ ਤਪ ਰਹੀ ਰੇਤ ਨੂੰ ਕੰਟਰੋਲ ਕਰਦਾ। ਪੈਰਾਂ ਦਾ ਉਹ ਹਾਲ ਹੋ ਗਿਆ, ਉਹਨਾਂ ਦਾ ਛਿੱਲੇ ਗਏ, ਉੱਧੜ ਗਏ। ਜਿਵੇਂ ਆਪਾਂ ਕਈ ਵਾਰੀ ਹੱਥ ਤੇ ਪਾਣੀ ਪੈ ਜਾਂਦਾ ਤਾਂ ਛਾਲੇ ਹੋ ਜਾਂਦੇ ਨੇ, ਤਾਂ ਨੋਰਮਲ ਜੀ ਗੱਲ ਹੈ ਨਾ, ਉਹਨਾਂ ਦੇ ਪੈਰ ਬਿਲਕੁਲ ਉੱਧੜ ਗਏ। ਪਰ ਉਹ ਗੁਰੂ ਕੇ ਸਿੰਘ ਲਗਾਤਾਰ ਅੱਗੇ ਵੱਧਦੇ ਗਏ। ਅੱਗੇ ਹਲੇ ਪਹੁੰਚੇ ਨੇ ਰੇਤਲਾ। 3 ਮੀਲ ਦਾ ਇਲਾਕਾ ਸੀ ਇਹ ਜਿਹੜਾ ਰੇਤਲਾ ਪਾਸ ਕਰਿਆ। 3 ਮੀਲ, ਇਹ ਨਹੀਂ ਕਿ ਥੋੜੀ ਜਿਹੀ ਦੂਰੇ ਸੀ, 3 ਮੀਲ ਉਸ ਤਪਦੇ ਹੋਏ ਰੇਤ ਵਿੱਚ ਦੀ ਲੰਘੇ ਨੇ। ਜਦੋਂ ਲੱਗੇ ਨੇ ਅੱਗੇ ਰਾਮਾ ਰੰਧਾਵਾ ਵਾਰਾਂ ਲਈ ਖੜਾ ਸੀ, ਉਹ ਫੌਜਾਂ ਲਈ ਖੜਾ ਸੀ। ਜਿਹੜੇ ਲਖਪਤ ਨਾਲ ਲੜ ਕੇ ਆਏ ਨੇ ਉਹ ਰਾਮੇ ਰੰਧਾਵੇ ਤੇ ਰੋਕੇ ਤੋਂ ਕਿੱਥੇ ਰੁਕਦੇ ਨੇ। ਭੁੱਖੇ ਸ਼ੇਰਾਂ ਵਾਂਗੂ ਫੇਰ ਪੈ ਗਏ। ਸ਼ਹੀਦੀਆਂ ਇੱਥੇ ਵੀ ਹੋਈਆਂ, ਬਥੇਰੇ ਮਾਰੇ ਗਏ, ਪਰ ਟਾਕਰਾ ਕਰਦੇ ਉਹਨੂੰ ਚੀਰ ਕੇ ਲੰਘੇ ਨੇ। ਉਸ ਤੋਂ ਅੱਗੇ ਗਏ, ਅਦੀਨਾ ਬੇਗ ਫੌਜਾਂ ਲੈ ਕੇ ਖੜਾ। ਅਦੀਨਾ ਬੇਗ ਲੜਨਾ ਉਹ ਵੀ ਨਹੀਂ ਚਾਹੁੰਦਾ ਸੀ ਤੇ ਲੜਨਾ ਸਿੱਖ ਵੀ ਨਹੀਂ ਚਾਹੁੰਦੇ ਤੇ। ਆਪਣੇ ਇਲਾਕੇ ਨੂੰ ਉਹ ਡਿਫੈਂਸ ਕਰਕੇ ਕੰਟਰੋਲ ਕਰਕੇ ਖੜਾ ਰਿਹਾ ਤਾਂ ਸਿੱਖ ਦੂਜੇ ਪਾਸੇ ਲਾ ਗਏ। ਅੱਗੇ ਰੰਗੜ ਆ ਗਏ, ਉਹਨਾਂ ਨੇ ਫੌਜਾਂ ਲਾ ਲਈਆਂ, ਉਹਨਾਂ ਨਾਲ ਲੜਾਈ ਹੋਈ। ਜਿਸ ਪਾਸੇ ਜਾ ਰਹੇ ਨੇ ਮੂਹਰੇ ਦੁਸ਼ਮਣ ਖੜਾ ਹੈ, ਕੋਈ ਘਰ ਨਹੀਂ, ਕਿਉਂਕਿ ਜਾਣਾ ਕਿੱਥੇ ਹੈ ਇਹ ਗੱਲ ਸੋਚਣ ਵਾਲੀ ਹੈ। ਜਾ ਕਿੱਥੇ ਰਹੇ ਨੇ? ਜਾਂਦਾ ਬੰਦਾ ਆਪਦੇ ਘਰ ਹੀ ਹੈ ਨਾ, ਆਪਦੇ ਕਿਲੇ 'ਚ, ਆਪਦੇ ਦੇਸ਼ 'ਚ, ਜਿੱਥੇ ਉਹਦਾ ਕੋਈ ਥਾਂ ਹੋਊ ਬੰਦਾ ਜਾਂਦਾ ਤਾਂ ਉੱਥੇ ਹੈ। ਉਹਦਾ ਤਾਂ ਥਾਂ ਹੀ ਨਹੀਂ ਕੋਈ, ਉਹ ਤਾਂ ਜਾ ਰਹੇ ਨੇ। ਜਾਣਾ ਕਿੱਥੇ ਹੈ ਕੁਛ ਨਹੀਂ ਪਤਾ, ਸਿਰਫ ਇਹ ਵੀ ਪਿਛਲੇ ਤੋਂ ਬਚ ਜਾਈਏ, ਇੰਨਾ ਹੀ ਹੈ ਉਹਨਾਂ ਦਾ ਸੋਚ, ਹੋਰ ਕੋਈ ਹੈ ਹੀ ਨਹੀਂ। ਕਿਉਂਕਿ ਨਾ ਕੋਈ ਘਰ ਹੈ, ਨਾ ਕੋਈ ਟਿਕਾਣਾ ਹੈ, ਨਾ ਕੋਈ ਕਿਲੇ ਨੇ, ਜੰਗਲੇ ਨੇ, ਜੰਗਲਾਂ ਨੂੰ ਅੱਗ ਲਾਤੀ। ਅੱਗੇ ਜਿੱਥੇ ਜਾਂਦੇ ਨੇ ਦੁਸ਼ਮਣ ਦਾ ਏਰੀਆ। ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਦੀ ਲੰਘ ਰਹੇ ਨੇ ਤੇ ਇਹ ਵੱਡਾ ਇੱਕ ਐ ਸਮਝ ਲਓ ਵੀ ਇਮਤਿਹਾਨ ਸੀ ਸਿੱਖਾਂ ਦਾ, ਜਿਹੜਾ ਉਹਨਾਂ ਨੇ ਸਰ ਕਰਨਾ ਸੀ। ਸੋ ਇਹਨਾਂ ਰੰਗੜਾਂ ਨਾਲ ਲੜਦੇ ਹੋਏ ਇਲਾਕੇ ਦੇ ਪਿੰਡਾਂ, ਕਿਉਂਕਿ ਹਥਿਆਰ ਟੁੱਟ ਚੁੱਕੇ ਨੇ, ਘੋੜੇ ਜ਼ਖਮੀ ਹੋ ਕੇ ਨੇ, ਸਿੱਖਾਂ ਦਾ ਬੁਰਾ ਹਾਲ ਹੋ ਚੁੱਕਿਆ, ਦੁੱਖਾਂ ਤੇ ਭੁੱਖਾਂ ਨਾਲ ਜ਼ਖਮੀ ਥਾਂ ਥਾਂ ਤੋਂ ਹੋਏ ਨੇ। ਜਦੋਂ ਸਰਦਾਰਾਂ ਦੀਆਂ, ਮੇਨ ਬੰਦਿਆਂ ਦੀਆਂ ਲੱਤਾਂ ਬਾਹਾਂ ਟੁੱਟ ਚੁੱਕੀਆਂ ਨੇ ਤਾਂ ਬਾਕੀ ਸਿੱਖਾਂ ਦਾ ਕੀ ਹਸ਼ਰ ਹੋਊਗਾ ਅੰਦਾਜ਼ਾ ਲਾ ਸਕਦੇ ਹਾਂ। ਕਹਿਰ ਦਾ ਇੱਕ ਸਮਾਂ ਸੀ। ਸੋ ਇਸ
ਲੜਾਈ ਦੇ ਵਿੱਚ ਇੱਥੋਂ ਜਦੋਂ ਅੱਗੇ ਨਿਕਲ ਕੇ ਦੂਰ ਨੂੰ ਤੁਰੇ ਨੇ ਤਾਂ ਫਿਰ ਜਥਿਆਂ ਲੜਾਈ ਯਾਨੀ ਕਿ ਦੁਸ਼ਮਣ ਘਟ ਗਿਆ ਤਾਂ ਚਾਰੇ ਹਿੱਸੇ 'ਚ ਉਹ ਮਿਸਲਾਂ ਫੈਲ ਗਈਆਂ। ਅੱਡੋ ਅੱਡ ਥਾਵਾਂ ਤੇ ਜਾ ਕੇ ਉਹਨਾਂ ਨੇ ਟਿਕਾਣੇ ਕੀਤੇ ਨੇ ਸਾਹ ਲੈਣ ਦੇ ਲਈ ਤੇ ਆਪਣੇ ਜ਼ਖਮ ਠੀਕ ਕਰਨ ਲਈ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਨੇ ਇੱਥੇ ਜਾ ਕੇ ਆਪਣਾ ਲੱਤ ਖੋਲੀ ਹੈ ਤੇ ਨਵੇਂ ਸਿਰਿਓਂ ਫੱਟ ਬੰਨ੍ਹ ਤੋਂ ਆਪਣਾ ਪੱਟ ਬਣਾਇਆ। ਉਹ ਇਸੇ ਤਕਲੀਫ ਨਾਲ ਤਕਰੀਬਨ 8 ਮਹੀਨੇ ਮੰਜੇ ਤੇ ਪਏ ਰਹੇ। 8 ਮਹੀਨਿਆਂ ਬਾਅਦ ਲੱਤ ਠੀਕ ਹੋ ਗਈ ਤੇ ਉਹ ਸੂਰਮਾ ਦੁਬਾਰੇ ਫੇਰ ਆ ਕੇ ਮੁਹਿੰਮਾਂ 'ਚ ਸ਼ਾਮਲ ਹੋਏ। ਇਸ ਲੜਾਈ ਦੇ ਵਿੱਚ ਜਿਹਨੂੰ ਕਿ ਸਿੱਖ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ, ਬਹੁਤ ਸਾਰੇ ਇਤਿਹਾਸਕਾਰਾਂ ਨੇ ਅੱਡ-ਅੱਡ ਅਲੱਗ-ਅਲੱਗ ਤਰੀਕੇ ਨਾਲ ਮੌਤਾਂ ਦੀ ਗਿਣਤੀ ਲਿਖੀ ਹੈ, ਪਰ ਜਿਹੜੀ ਕਿ ਮੇਨ ਮੁੱਖ ਐਂ ਕਹ ਲਓ ਸਾਰਿਆਂ ਨੂੰ ਜਦੋਂ ਆਪਾਂ ਕੰਪੇਅਰ ਕਰਕੇ ਇੱਕ ਸਿੱਟਾ ਕੱਢਦੇ ਹਾਂ ਤਾਂ ਤਕਰੀਬਨ 10,000 ਸਿੱਖ ਇਸ ਲੜਾਈ ਦੇ ਵਿੱਚ ਮਾਰਿਆ ਗਿਆ। ਕਿਸੇ ਨੇ 15 ਵੀ ਲਿਖਿਆ, ਕਿਸੇ ਨੇ 20 ਵੀ ਲਿਖਿਆ, ਕਿਸੇ ਨੇ 25 ਵੀ ਲਿਖਿਆ। ਅੱਡੋ ਅੱਡ ਗਿਣਤੀਆਂ ਨੇ ਸਾਰਿਆਂ ਦੀਆਂ, ਪਰ ਜੋ ਜ਼ਿਆਦਾਤਰ ਵਿਦਵਾਨਾਂ ਨੇ ਸਿੱਟਾ ਕੱਢਿਆ ਉਹ ਇਹੀ ਹੈ ਕਿ ਇਸ ਲੜਾਈ ਵਿੱਚ ਤਕਰੀਬਨ 10,000 ਸਿੱਖ ਇਸ ਲੜਾਈ ਵਿੱਚ ਮਾਰਿਆ ਗਿਆ। ਇਹ ਬਹੁਤ ਵੱਡੀ ਸੱਟ ਸੀ, ਕੋਈ ਛੋਟੀ ਜਿਹੀ ਸੱਟ ਨਹੀਂ ਸੀ ਸਿੱਖਾਂ ਉੱਤੇ। ਇਸ ਨੂੰ ਸਿੱਖ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਇਹ ਘੱਲੂਘਾਰਾ 1746 ਈਸਵੀ ਦੇ ਵਿੱਚ ਹੋਇਆ। 1746 ਈਸਵੀ 'ਚ ਹੋਇਆ ਤੇ ਦੂਜਾ ਜਿਹੜਾ ਵੱਡਾ ਘੱਲੂਘਾਰਾ ਹੈ ਉਹ ਹੋਇਆ ਅਹਿਮਦ ਸ਼ਾਹ ਅਬਦਾਲੀ, ਕਿਉਂਕਿ ਹੁਣ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੀ ਐਂਟਰੀ ਹੁੰਦੀ ਹੈ ਭਾਰਤ ਦੀ ਧਰਤੀ ਤੇ, ਕਿਉਂਕਿ ਨਾਦਰ ਆਪਦੇ ਨੌਕਰਾਂ ਦੇ ਹੱਥੋਂ ਮਾਰਿਆ ਗਿਆ। ਉਹ ਉੱਥੇ ਮਾਰਿਆ ਗਿਆ। ਉਹਦਾ ਸੈਨਾਪਤੀ ਸੀ ਅਹਿਮਦ ਸ਼ਾਹ ਅਬਦਾਲੀ। ਅਬਦਾਲੀ ਹੈ ਜਿਹੜੀ ਇਹਦੀ ਅੱਲ ਹੈ, ਇਹਦੇ ਘਰਾਣੇ ਦਾ ਨਾਮ ਹੈ, ਤਖੱਲਸ ਕਹਿ ਲਓ। ਪਰ ਇਹਨੇ ਜਦੋਂ ਤਖਤ ਤੇ ਬੈਠਿਆ ਸ਼ਾਹ ਦੁਰਾਨੀ ਦਾ ਲਕਬ ਧਾਰਨ ਕਰਕੇ ਇਹ ਤਖਤ ਤੇ ਬੈਠਿਆ ਸੀ, ਪਰ ਜ਼ਿਆਦਾ ਮਸ਼ਹੂਰ ਇਹਦਾ ਅਹਿਮਦ ਸ਼ਾਹ ਅਬਦਾਲੀ ਹੀ ਨਾਮ ਰਿਹਾ। ਇਹ ਸੈਨਾਪਤੀ ਸੀ ਨਾਦਰ ਦਾ। ਦਿੱਲੀ ਲੁੱਟਣ ਵੇਲੇ, ਦਿੱਲੀ ਨੂੰ ਜਿੱਤਣ ਵੇਲੇ ਨਾਦਰ ਦੇ ਨਾਲ ਸੀ ਅਬਦਾਲੀ। ਸੋ ਸਾਰੇ ਇਲਾਕਿਆਂ ਦਾ ਇਹਨੂੰ ਪਤਾ ਹੈ। ਤੇ ਇੱਧਰ ਲਾਹੌਰ ਦੇ ਜਿਹੜੇ ਤੁਹਾਨੂੰ ਦੱਸਿਆ ਯਾਹੀਆ ਖਾਂ ਤੇ ਸ਼ਾਹ ਨਵਾਜ਼ ਦੀ ਅੰਦਰੋਂ ਬਣਦੀ ਨਹੀਂ ਸੀ ਤੇ ਇਹਨਾਂ 'ਚ ਫੁੱਟ ਪੂਰੀ ਤਰ੍ਹਾਂ ਪੈ ਗਈ। ਇਹ ਕਹਿ ਲਓ ਇਸ ਕੁਦਰਤ ਨੇ ਸਿੱਖਾਂ ਲਈ ਇੱਕ ਨਵਾਂ ਮੌਕਾ ਦਿੱਤਾ। ਦੋਨੇ ਭਰਾਵਾਂ ਦੀ ਆਪਸ 'ਚ ਲੜਾਈ ਹੋ ਗਈ। ਸ਼ਾਹ ਨਵਾਜ਼ ਲਾਹੌਰ ਤੇ ਕਬਜ਼ਾ ਕਰਨ ਦੇ ਲਈ ਫਿਰ ਆ ਗਿਆ, ਉਹਦੇ ਨਾਲ ਅਦੀਨਾ ਬੇਗ ਰਲ ਗਿਆ, ਦੀਵਾਨ ਕੌੜਾ ਮੱਲ ਰਲ ਗਿਆ, ਇਹ ਸਾਰੇ ਉਹਦੇ ਨਾਲ ਰਲ ਗਏ ਤੇ ਉਹਨੇ ਆ ਕੇ ਹਮਲਾ ਕਰ ਦਿੱਤਾ। ਇਹ ਤਿਆਰ ਨਹੀਂ ਸੀ ਹਮਲੇ ਲਈ ਯਾਹੀਆ ਖਾਨ, ਜਿਹਦੇ ਕਰਕੇ ਇਹਨੇ ਸੁਲ੍ਹਾ ਲਈ ਬੇਨਤੀ ਭੇਜੀ ਤੇ 7-8 ਲੱਖ ਰੁਪਈਆ ਉਹਨੂੰ ਟੈਕਸ ਕਹਿ ਲਓ, ਹਰਜਾਨਾ ਕਹਿ ਲਓ, ਭਰਤਾ। ਪਰ ਉਹ ਟੈਕਸ ਵੀ ਲੈ ਲਿਆ ਤੇ ਜਾਂਦੇ ਹੋਏ ਨੇ ਉਹਨੇ ਅੱਧਾ ਇਲਾਕਾ ਵੀ ਰੋਕ ਲਿਆ ਯਾਹੀਆ ਖਾਨ ਦਾ, ਤੇ ਜਿਹਦੇ ਕਰਕੇ ਗੁੱਸੇ ਆ ਗਏ ਨੇ, ਫੌਜਾਂ ਲੈ ਕੇ ਚੜ੍ਹਿਆ ਤੇ ਯਾਹੀਆ ਖਾਨ ਹਾਰ ਗਿਆ ਤੇ ਉਹਨੇ ਕੈਦ ਕਰ ਲਿਆ ਔਰ ਆਪ ਲਾਹੌਰ ਦਾ ਹਾਕਮ ਬਣ ਕੇ ਬਹਿ ਗਿਆ ਸ਼ਾਹ ਨਵਾਜ਼। ਹੁਣ ਮੈਂ ਤੁਹਾਨੂੰ ਦੱਸਿਆ ਵੀ ਕਰਮੂਦੀਨ ਦਾ ਵਜ਼ੀਰ ਦਾ ਉਹ ਜਵਾਈ ਵੀ ਹੈ, ਭੂਆ ਸਾਂਝੀ ਹੈ। ਉਹ ਭੂਆ ਨੇ ਆਪਣੇ ਬੰਦੇ ਗੁਪਤ ਤੌਰ ਤੇ ਅੰਦਰ ਭੇਜੇ ਤੇ ਉੱਥੋਂ ਇਹਨੇ ਸ਼ਾਹ ਨਵਾਜ਼ ਨੇ ਦਿੱਲੀ ਲੈਟਰ ਲਿਖਤਾ ਕਿ ਮੈਨੂੰ ਲਾਹੌਰ ਦੀ ਸੂਬੇਦਾਰੀ ਦਿਓ। ਕਮਰੂਦੀਨ ਨੇ ਬਾਦਸ਼ਾਹ ਤੋਂ ਲਿਖਵਾ ਕੇ ਭੇਜਤਾ, ਪਹਿਲਾਂ ਯਾਹੀਆ ਖਾਨ ਨੂੰ ਛੱਡ, ਉਹਨੂੰ ਸਾਡੇ ਹਵਾਲੇ ਕਰ, ਫਿਰ ਅਸੀਂ ਤੈਨੂੰ ਸੂਬੇਦਾਰੀ ਦੇਵਾਂਗੇ। ਪਹਿਲਾਂ ਨਹੀਂ, ਪਹਿਲਾਂ ਉਹਨੂੰ ਛੱਡ। ਹੁਣ ਇਹ ਜੇ ਉਹਨੂੰ ਛੱਡਦਾ ਤਾਂ ਇਹਨੂੰ ਭਰੋਸਾ ਨਹੀਂ ਕਿ ਮੈਨੂੰ ਮਿਲੂਗੀ। ਉਸੇ ਸਮੇਂ 'ਚ ਇਹਦੀ ਭੂਆ ਨੇ ਬੰਦੇ ਭੇਜੇ ਤੇ ਲੰਗਰ ਪਕਾਉਣ ਵਾਲੇ ਵੱਡੇ ਜਿਹੜੇ ਦੇਗਚੇ ਹੁੰਦੇ ਨੇ ਯਾਹੀਆ ਖਾਨ ਨੂੰ ਉਹਨਾਂ ਵਿੱਚ ਬਿਠਾ ਕੇ ਲਕੋ ਕੇ ਰਾਤ ਨੂੰ ਕੱਢ ਲਿਆ। ਇਹ ਨਾਰਾਜ਼ ਤਾਂ ਬਹੁਤ ਹੋਇਆ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਆਪਦੀ ਭੂਆ ਨਾਲ। ਉਹ ਕਹਿੰਦੀ ਪੁੱਤ ਜੇ ਤੇ ਉਹਦੀ ਥਾਂ ਤੇ ਤੂੰ ਕੈਦ ਹੁੰਦਾ ਮੈਂ ਤੈਨੂੰ ਵੀ ਛਡਾਉਂਦੀ, ਕਿਉਂਕਿ ਮੇਰੇ ਤਾਂ ਦੋਨੇ ਬਰਾਬਰ ਹੋ, ਉਹ ਮੇਰਾ ਵੀ ਓਨਾ ਹੀ ਹੈ ਜਿੰਨਾ ਤੇਰਾ ਹੈ। ਉਹ ਨਿਕਲ ਕੇ ਦਿੱਲੀ ਭੱਜ ਗਿਆ। ਹੁਣ ਸ਼ਾਹ ਨਵਾਜ਼ ਦੇ ਸਾਹਮਣੇ ਵੱਡੀ ਮੁਸੀਬਤ ਆ ਗਈ ਵੀ ਜਿਹਦੇ ਕਰਕੇ ਮੈਂ ਲਾਹੌਰ ਤੇ ਕਬਜ਼ਾ ਕਰਿਆ ਸੀ ਔਰ ਜਿਹਦੇ ਕਰਕੇ ਸੂਬੇਦਾਰੀ ਮੰਗ ਰਿਹਾ ਤੇ ਉਹ ਬੰਦਾ ਭੱਜ ਗਿਆ, ਹੁਣ ਮੇਰੀ ਖੈਰ ਨਹੀਂ, ਹੁਣ ਮੈਂ ਕੀ ਕਰਾਂ। ਇੱਕੋ ਇੱਕ ਬਦਲ ਫਿਰ ਉਹਦੇ ਸਾਹਮਣੇ ਸੀ, ਅਹਿਮਦ ਸ਼ਾਹ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਨੂੰ ਫਿਰ ਇਹਨੇ ਲੈਟਰ ਲਿਖਿਆ ਕਿ ਆਓ ਵੈਲਕਮ ਹੈ ਤੁਹਾਡਾ, ਹਿੰਦੁਸਤਾਨ ਦੇ ਉੱਤੇ ਹਮਲਾ ਕਰੋ, ਮੇਰਾ ਇਲਾਕਾ, ਮੇਰੀਆਂ ਫੌਜਾਂ ਤੁਹਾਡੀ ਮਦਦ ਕਰਨਗੀਆਂ, ਤੁਹਾਨੂੰ ਸੁਲਤਾਨ ਮੰਨਾਂਗੇ ਪਰ ਆਹ ਇਲਾਕਾ ਮੈਨੂੰ ਮਿਲੇ, ਮੈਂ ਤੁਹਾਡਾ ਇੱਥੇ ਸੂਬੇਦਾਰ ਹੋਊਂਗਾ। ਸੋ ਇਸ ਤਰੀਕੇ ਦੇ ਨਾਲ ਇਹਨੇ ਉਸ ਸਮੇਂ ਨੂੰ ਵਿਚਾਰਿਆ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਚਿੱਠੀ ਲਿਖ ਦਿੱਤੀ ਗਈ। ਤੇ ਅਹਿਮਦ ਸ਼ਾਹ ਅਬਦਾਲੀ ਤਾਂ ਸਮੇਂ ਦੀ ਉਡੀਕ ਸੀ, ਉਧਰ ਪੂਰੀ ਤਾਕਤ ਉਹ ਫੜ ਚੁੱਕਿਆ ਸੀ। ਤੇ ਆਹ ਜਿਹੜਾ ਸਮਾਂ ਸੀ ਲੜਾਈ ਝਗੜੇ ਦਾ, ਸਿੱਖਾਂ ਲਈ ਉਭਾਰ ਦਾ ਸਮਾਂ ਸੀ।
ਘੱਲੂਘਾਰੇ ਦੇ ਜ਼ਖਮਾਂ ਨੂੰ ਉਹਨਾਂ ਨੇ ਬਹੁਤ ਛੇਤੀ ਭਰ ਲਿਆ। ਜੋ ਸਿੱਖਾਂ ਦਾ ਘਾਟਾ ਪਿਆ ਸੀ ਉਹ ਗੁਰੂ ਕੇ ਲਾਲਾਂ ਨੇ ਪ੍ਰਚਾਰ ਕਰਕੇ, ਪ੍ਰਸਾਰ ਕਰਕੇ, ਇਹੋ ਜਿਹੇ ਸਮੇਂ ਦੇ ਵਿੱਚ ਵੀ ਪ੍ਰਚਾਰ ਕਰਕੇ ਉਹ ਨਵੇਂ ਸਿੱਖ ਸਾਜਦੇ ਰਹੇ ਨੇ। ਤੇ ਅੱਜ ਆਪਾਂ ਨਿਗਾਹ ਮਾਰ ਲਿਆ, ਜੇ ਸਿੱਖਾਂ ਨੂੰ ਤਾਂ ਸਿੱਖ ਬਣਾਈ ਜਾਂਦੇ ਆ, ਆਹ ਸਿੱਖ ਨੂੰ ਇਹੋ ਜਿਹਾ ਸਿੱਖ ਨਹੀਂ ਜੀ ਚਾਹੀਦਾ, ਦੂਜੇ ਤਰ੍ਹਾਂ ਦਾ ਬਣਾ ਲਓ, ਦੂਜੇ ਸਿੱਖ ਨੂੰ ਤੀਜੇ ਤਰ੍ਹਾਂ ਦਾ ਬਣਾ ਲਾਉਂਦੇ ਆ। ਹਰੇਕ ਜਥੇਬੰਦੀ ਕਹਿੰਦੀ ਆਹ ਸਿੱਖ ਠੀਕ ਨਹੀਂ ਬਣਿਆ ਹੋਇਆ, ਇਹਨੂੰ ਦੁਬਾਰੇ ਬਣਾਉਂਦੇ ਆ। ਸਿੱਖਾਂ ਨੂੰ ਇਹ ਦੁਬਾਰੇ ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ ਸਿੱਖ ਬਣਾਉਂਦੇ ਆ ਆਪਾਂ। ਇਹ ਹੁਣ ਸਹੀ ਨਹੀਂ ਬਣਿਆ ਹੋਇਆ ਜੀ ਸਿੱਖ, ਹੁਣ ਇੱਦਾਂ ਦਾ ਬਣਾਓ, ਇਹਦੀ ਰਹਿਤ ਇੱਦਾਂ ਦੀ ਹੋਵੇ, ਇਹਦੀ ਖਾਣਾ ਪੀਣਾ ਇੱਦਾਂ ਦਾ ਹੋਵੇ, ਇਹਦਾ ਪਹਿਰਾਵਾ ਇੱਦਾਂ ਦਾ ਹੋਵੇ, ਇਹਦੀ ਬੋਲਬਾਣੀ ਇੱਦਾਂ ਦੀ ਹੋਵੇ। ਹਰੇਕ ਬੰਦਾ ਸਿੱਖ ਨੂੰ ਦੁਬਾਰੇ ਸਿੱਖ ਬਣਾਉਣ ਤੇ ਲੱਗੇ ਹੈ ਤੇ ਸਿੱਖ ਲਗਾਤਾਰ ਹੋਰ ਪਾਸੇ ਜਾ ਰਹੇ ਨੇ, ਪਿੰਡਾਂ ਦੇ ਪਿੰਡ ਵਿਹਲੇ ਹੋ ਰਹੇ ਨੇ। ਅੰਦਾਜ਼ਾ ਲਾ ਕੇ ਦੇਖ ਲਿਓ ਕਿੱਡੇ ਵੱਡੇ ਲੈਵਲ ਤੇ ਈਸਾਈ ਪ੍ਰਚਾਰਕ ਪ੍ਰਚਾਰ ਕਰਕੇ ਆਪਦਾ ਧਰਮ ਫੈਲਾ ਰਹੇ ਨੇ। ਬਹੁਤ ਸਾਰੇ ਸਿੱਖੀ ਬਾਰੇ ਉਹਨਾਂ ਨੂੰ ਪਤਾ ਨਹੀਂ, ਉਹ ਹਿੰਦੂ ਧਰਮ 'ਚ ਜਾ ਰਹੇ ਨੇ। ਰਾਧਾ ਸਵਾਮੀ, ਸਰਸੇ ਵਾਲੇ, ਨੂਰ ਮਹਿਲੀਏ, ਪਨਿਆਰੀਏ, ਜਿਨ੍ਹਾਂ ਦਾ ਕੋਈ ਵਜੂਦ ਵੀ ਨਹੀਂ ਸੀ ਨਾ, ਉਸ ਪਾਸੇ ਵੀ ਜਾ ਰਹੇ ਨੇ। ਉਹਨਾਂ ਦਾ ਵਜੂਦ ਨਹੀਂ ਸੀ ਕੋਈ, ਨਾ ਉਹਨਾਂ ਕੋਲੇ ਕੁਛ ਹੈ। ਕਿਉਂ? ਇਸ ਮਹਾਨ ਜਿਹੜਾ ਸਾਡਾ ਵਿਰਸਾ ਹੈ, ਆਹ ਜਿਹੜਾ ਸਾਡਾ ਇੰਨਾ ਕੁਛ ਸਾਡੇ ਕੌਮ ਕੋਲੇ, ਅਸੀਂ ਤਾਂ ਦਿੱਤਾ ਹੀ ਨਹੀਂ ਕਿਸੇ ਨੂੰ। ਸਾਡੇ ਪ੍ਰਚਾਰਕ ਲਾ ਲਓ, ਕਿਹੜਾ ਜਿਹੜਾ ਪੰਜਾਬ ਤੋਂ ਬਾਹਰ ਨਿਕਲ ਕੇ ਪ੍ਰਚਾਰ ਦੀ ਗੱਲ ਕਰਦਾ ਹੋਵੇ, ਯੂਪੀ, ਬਿਹਾਰ ਜਾਂ ਹੋਰ ਸਾਰੇ ਸੂਬੇ ਪਏ ਨੇ ਨਾ, ਕੋਈ ਨਹੀਂ। ਜਾਂ ਜੋ ਗਲਤੀ ਮਿਸਲਾਂ ਨੇ ਕੀਤੀ ਹੈ ਅੱਜ ਵੀ ਉਹੀ ਹੋ ਰਹੀ ਹੈ। ਮਿਸਲਾਂ ਵੀ ਪੰਜਾਬ 'ਚ ਲੜਦੀਆਂ ਰਹੀਆਂ। ਜਦੋਂ ਤਾਕਤ 'ਚ ਆ ਗਈਆਂ ਸੀ ਨਾ, ਆਪਾਂ ਅੱਗੇ ਸਾਂਝ ਕਰਾਂਗੇ ਕੱਲੀ ਕੱਲੀ ਮਿਸਲ ਦੀ, ਔਰ ਰੈਗੂਲਰ ਜਿਹੜਾ ਇਤਿਹਾਸ ਚੱਲ ਰਿਹਾ ਉਹਦੇ 'ਚ ਵੀ ਸਾਰੀਆਂ ਮਿਸਲਾਂ, ਜਿੱਡੀ ਵੱਡੀ ਤਾਕਤ ਮਿਸਲਾਂ ਦੀ ਬਣ ਚੁੱਕੀ ਸੀ, ਜੇ ਉਹ ਸਾਰੀਆਂ ਮਿਸਲਾਂ 11 ਦੀਆਂ 11 ਅੱਡੋ ਅੱਡ ਇਲਾਕਿਆਂ 'ਚ ਨਿਕਲ ਪਾਉਂਦੀਆਂ ਤਾਂ ਪੂਰੇ ਹਿੰਦੁਸਤਾਨ 'ਤੇ ਰਾਜ ਹੋਣਾ ਸੀ। ਦਿੱਲੀ ਤਾਂ ਜਿੱਤ ਚੁੱਕੇ ਤੇ, ਇੱਕ ਵਾਰੀ ਨਹੀਂ ਕਿੰਨੀ ਵਾਰੀ ਦਿੱਲੀ ਜਿੱਤ ਚੁੱਕੇ ਨੇ। ਸਾਰੇ ਏਰੀਏ 'ਚ ਦਬਦਬਾ ਹੈ, ਪੂਰਾ ਹਿੰਦੁਸਤਾਨ ਲੈਟਰ ਪਾ ਰਿਹਾ ਸਿੱਖਾਂ ਨੂੰ ਵੀ ਆਓ। ਮਰਾਠੇ ਉਹਨਾਂ ਨੂੰ ਕਹਿ ਰਹੇ ਨੇ, ਦਿੱਲੀ ਦਾ ਬਾਦਸ਼ਾਹ ਸਿੱਖਾਂ ਨੂੰ ਬੇਨਤੀਆਂ ਕਰ ਰਿਹਾ ਕਿ ਆਜੋ, ਪਰ ਸਿੱਖ ਪੰਜਾਬ 'ਚ ਨੇ, ਉਹ ਬਾਹਰ ਨਹੀਂ ਜਾ ਰਹੇ। ਮੋਹ ਕਹਿ ਲਓ, ਸਮਾਂ ਕਹਿ ਲਓ, ਉਹ ਆਪਾਂ ਅੱਗੇ ਸਾਂਝ ਕਰਾਂਗੇ। ਇਸੇ ਤਰ੍ਹਾਂ ਅੱਜ ਵੀ ਜਿਹੜੇ ਪ੍ਰਚਾਰਕ ਨੇ ਸਾਡੇ, ਕੁਛ ਕੁ ਵਿਰਲਿਆਂ ਨੂੰ ਛੱਡ ਕੇ, ਆਪਾਂ ਪ੍ਰਚਾਰ ਕਿੱਥੇ ਕਰਦੇ ਹਾਂ? ਗੁਰਦੁਆਰਿਆਂ 'ਚ। ਗੁਰਦੁਆਰਿਆਂ 'ਚ ਕੌਣ ਆਊਗਾ? ਸਿੱਖ। ਕੀ ਅਸੀਂ ਕਦੇ ਗੁਰਦੁਆਰਿਆਂ ਤੋਂ ਬਾਹਰ ਉਹਨਾਂ ਥਾਵਾਂ 'ਤੇ ਜਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਥਾਂ ਦੇ ਉੱਤੇ ਪ੍ਰਚਾਰ ਦੀ ਲੋੜ ਹੈ? ਘਰਾਂ 'ਚ ਜਾ ਕੇ, ਪਰਸਨਲੀ ਕਿਸੇ ਨੂੰ ਮਿਲ ਕੇ। ਅਸੀਂ ਤਾਂ ਆਪਣੇ ਸਿਕਲੀਗਰ ਵੀਰਾਂ ਨੂੰ ਨਹੀਂ ਸਾਂਭ ਸਕੇ, ਜਿਹੜੇ ਕਿ ਤਕਰੀਬਨ ਕਰੋੜਾਂ ਦੀ ਆਬਾਦੀ 'ਚ ਨੇ। ਕਰੋੜਾਂ ਦੀ ਆਬਾਦੀ 'ਚ ਸਾਡੇ ਭਰਾ ਨੇ, ਅਸੀਂ ਸਿੱਖਾਂ ਨੂੰ ਵੀ ਹਲੇ ਸਿੱਖ ਨਹੀਂ ਉਹਨਾਂ ਬਣਾ ਸਕੇ। ਤੇ ਇਹ ਘੱਲੂਘਾਰਿਆਂ ਬਾਰੇ ਵਰਗੇ ਖਤਰਨਾਕ ਮਾਹੌਲ 'ਚ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਹੁਣ ਜੱਸਾ ਸਿੰਘ ਆਹਲੂਵਾਲੀ ਦੀ ਗੱਲ ਚੱਲੀ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਤਿਕਾਰਯੋਗ ਮਾਤਾ ਸੁੰਦਰੀ ਜੀ, ਜੋ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਨੇ, ਉਹਨਾਂ ਦੇ ਕੋਲੇ ਪਲੇ ਨੇ, ਉਹਨਾਂ ਦੇ ਹੱਥਾਂ 'ਚ ਖੇਡੇ ਨੇ, ਕਿਉਂਕਿ ਪਿਤਾ ਦਾ ਸਾਇਆ ਸਿਰ ਤੇ ਨਹੀਂ ਸੀ, ਕੱਲੀ ਮਾਂ ਸੀ। ਤੇ ਮਾਂ ਦੋ ਤਾਰੇ ਦੇ ਨਾਲ ਕੀਰਤਨ ਬਹੁਤ ਵਧੀਆ ਕਰਦੇ ਸੀ, ਤੇ ਸਰਦਾਰ ਜੱਸਾ ਸਿੰਘ ਵੀ ਕੀਰਤਨ ਬਹੁਤ ਵਧੀਆ ਕਰਦੇ ਸੀ ਦੋ ਤਾਰੇ ਦੇ ਉੱਤੇ। ਤੇ ਦਿੱਲੀ ਦੇ ਵਿੱਚ ਉਹਨਾਂ ਕੋਲੇ ਤੇ ਉਹ ਛੋਟੀ ਉਮਰ ਦੇ ਵਿੱਚ ਹੀ, ਕਿਉਂਕਿ ਦਿੱਲੀ 'ਚ ਪਲੇ ਵੱਡੇ ਹੋਏ, ਮੇਰੇ ਨਾਲ ਗੱਲ ਯਾਦ ਆ ਗਈ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ। ਤੇ ਇਹ ਅੱਧੀ ਪਚੱਧੀ ਹਿੰਦੀ ਪੰਜਾਬੀ ਬੋਲਦੇ ਤੇ, ਕਿਉਂਕਿ ਦਿੱਲੀ 'ਚ ਰਹੇ ਤੇ। ਸਾਧ ਭਾਖਾ ਜਿਹਨੂੰ ਕਹਿ ਲਈਏ, ਪਰ ਜ਼ਿਆਦਾਤਰ ਹਿੰਦੀ ਰਲੀ ਮਿਲੀ ਤੀ ਉਹਦੇ 'ਚ। ਹਿੰਦੀ ਕਹਿ ਲਓ ਜਾਂ ਉਸ ਵੇਲੇ ਦੀ ਜਿਹੜੀ ਹਿੰਦੀ ਵਰਗੀ ਕਹਿ ਲਓ ਬੋਲੀ, ਜੋ ਵੀ ਉੱਥੇ ਦੀ ਸੀਗੀ। ਤਾਂ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਨਵਾਬ ਕਪੂਰ ਸਿੰਘ ਦੇ ਸਪੁਰਦ ਕੀਤਾ ਸੀ, ਉੱਥੋਂ ਭੇਜਿਆ ਸੀ ਕਿ ਮੇਰਾ ਬੱਚਾ ਹੈ, ਤੁਸੀਂ ਇਹਨੂੰ ਦਲ ਖਾਲਸਾ ਦੇ ਵਿੱਚ ਲਓ ਤੇ ਇਹ ਤੁਹਾਡੇ ਨਾਲ, ਤੁਹਾਡੇ ਸਪੁਰਦਗੀ 'ਚ ਹੈ। ਸੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨਵਾਬ ਕਪੂਰ ਸਿੰਘ ਕੋਲੇ ਆਏ। ਇੱਥੇ ਆ ਕੇ ਇਹਨੂੰ ਵੀ ਸੇਵਾ ਦਿੱਤੀ ਗਈ, ਘੋੜਿਆਂ ਵਗੈਰਾ ਦੀ, ਤੋਸ਼ੇਖਾਨੇ ਦੀ, ਕਿਉਂਕਿ ਪੜ੍ਹਿਆ ਲਿਖਿਆ ਵੀ ਥੋੜ੍ਹਾ ਬਹੁਤਾ ਹੈਗਾ ਸੀ, ਕਿ ਤੁਸੀਂ ਭਾਈ ਆਹ ਹਿਸਾਬ ਕਿਤਾਬ ਥੋੜ੍ਹਾ ਜਿਹਾ ਰੱਖਿਆ ਕਰ। ਇਹ ਜਦੋਂ ਹਿਸਾਬ ਕਿਤਾਬ ਰੱਖਦਾ ਤਾਂ ਸਿੱਖ ਇਹਦੇ ਨਾਲ ਮਜ਼ਾਕ ਬਹੁਤ ਕਰਦੇ ਸੀ, ਕਿਉਂਕਿ ਇਹ ਮਿਲੀ ਜੁਲੀ ਹਿੰਦੀ ਬੋਲਦਾ ਸੀ। ਜਿਵੇਂ ਆਪਾਂ ਵੀ ਅਕਸਰ ਜਿਹੜਾ ਇਹੋ ਜਿਹੀ ਹਿੰਦੀ ਬੋਲਦਾ, ਆਪਾਂ ਵੀ ਹੱਸਦੇ ਹੁੰਦੇ ਹਾਂ ਨਾ, ਵੀ ਆ ਕਿੱਦਾਂ ਦੀ ਹਿੰਦੀ ਬੋਲਦਾ ਹੈ ਜਾਂ ਕਾਹਤੋਂ ਬੋਲਦਾ ਹੈ। ਤਾਂ ਇਹਨੂੰ ਬਹੁਤ ਮਖੌਲ ਕਰਦੇ। ਇਹ ਚਿੜ ਗਿਆ, ਖਿੱਚ ਗਿਆ, ਕਿਉਂਕਿ ਬੱਚਾ ਸੀ। ਇਹਨੇ ਇੱਕ ਦਿਨ ਚਾਬੀਆਂ ਲਿਆ ਕੇ ਨਵਾਬ ਕਪੂਰ ਸਿੰਘ ਨੂੰ ਮੂਹਰੇ ਰੱਖਤੀਆਂ, ਕਹਿੰਦਾ ਹਮਥੇ ਸੇਵਾ ਹੋਵੇ ਨਹੀਂ। ਉਹਨੇ ਬਿਠਾ ਲਿਆ, ਕਹਿੰਦਾ ਪੁੱਤ ਕੀ ਹੋ ਗਿਆ? ਹੋ ਗਿਆ ਕੀ? ਕਹਿੰਦਾ
ਸਿੱਖ ਮੇਰੇ ਨਾਲ ਮਜ਼ਾਕ ਕਰਦੇ ਨੇ, ਮੈਂ ਆਪਣੀ ਬੋਲੀ ਜੇ ਦੱਸਦਾ, ਉਹ ਕਹਿੰਦਾ ਵੀ ਸਿੱਖ ਮੇਰੇ ਨਾਲ ਮਜ਼ਾਕ ਕਰਦੇ ਨੇ, ਮੈਨੂੰ ਖਿਜਾਉਂਦੇ ਨੇ, ਮੈਂ ਨਹੀਂ ਸੇਵਾ ਸੂਬਾ ਕਰ ਸਕਦਾ, ਇਹ ਤਾਂ ਮੈਨੂੰ ਤੰਗ ਕਰਦੇ ਨੇ। ਤਾਂ ਨਵਾਬ ਕਪੂਰ ਸਿੰਘ ਨੇ ਬਹੁਤ ਪਿਆਰ ਨਾਲ ਬਿਠਾ ਕੇ ਸਮਝਾਇਆ ਸੀ, ਕਹਿੰਦਾ ਪੁੱਤਰਾ ਇਹਨਾਂ ਦਾ ਗੁੱਸਾ ਨਹੀਂ ਕਰੀਦਾ, ਮੈਂ ਘੋੜਿਆਂ ਦੀ ਲਿੱਦ ਦੀ ਸਫਾਈ ਕਰਦਾ ਸੀ, ਘੋੜੇ ਸਾਂਭਦਾ ਤੇ ਪੱਖੇ ਦੀ ਸੇਵਾ ਕਰਦਾ ਸੀ, ਇਹਨਾਂ ਨੇ ਮੇਰੇ ਵਰਗੇ ਨੂੰ ਸਫਾਈ ਕਰਦੇ ਨੂੰ ਚੱਕ ਕੇ ਨਵਾਬ ਬਣਾਤਾ। ਜੇ ਤੈਨੂੰ ਮਜ਼ਾਕ ਕਰਦੇ ਨੇ, ਕੀ ਪਤਾ ਤੈਨੂੰ ਬਾਦਸ਼ਾਹ ਬਣਾ ਦੇਣ, ਤੈਨੂੰ ਸੁਲਤਾਨ ਬਣਾ ਦੇਣ, ਇਹਨਾਂ ਦਾ ਕੋਈ ਪਤਾ ਨਹੀਂ, ਹੱਸਦੇ ਖੇਡਦੇ ਕੀ ਕਰ ਦੇਣ। ਔਰ ਸੱਚਮੁੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਕੌਮ ਨੇ ਸੁਲਤਾਨ ਦਾ ਖਿਤਾਬ ਦਿੱਤਾ, ਬਾਦਸ਼ਾਹਿਤ ਕਾਇਮ ਕੀਤੀ, ਦਿੱਲੀ ਤੱਕ ਫਤਿਹ ਕੀਤੀ ਉਸ ਯੋਧੇ ਨੇ। ਔਰ ਨਵਾਬ ਕਪੂਰ ਸਿੰਘ ਦੀ ਜਿਹੜੀ ਜਥੇਦਾਰੀ ਔਰ ਸਿਆਣਪ ਔਰ ਦੂਰਅੰਦੇਸ਼ੀ ਇੱਥੋਂ ਲਾ, ਉਹਦਾ ਭਤੀਜਾ ਸਰਦਾਰ ਖੁਸ਼ਹਾਲ ਸਿੰਘ, ਨਵਾਬ ਕਪੂਰ ਸਿੰਘ ਜੀ ਦਾ ਭਤੀਜਾ ਸੀ ਸਰਦਾਰ ਖੁਸ਼ਹਾਲ ਸਿੰਘ, ਬਹੁਤ ਸਿਆਣਾ ਬਹਾਦਰ, ਪਰ ਉਹਦੇ ਨਾਲੋਂ ਜੱਸਾ ਸਿੰਘ ਆਹਲੂਵਾਲੀਆ ਉੱਤੇ ਸੀ ਜੇ ਦੋਨਾਂ ਦੀ ਕੰਪੇਅਰ ਕਰੀਏ। ਅਦਰਵਾਈਜ਼ ਖੁਸ਼ਹਾਲ ਸਿੰਘ 'ਚ ਕੋਈ ਘਾਟ ਨਹੀਂ ਸੀ, ਪਰ ਦੋਨਾਂ ਦੇ ਕੰਪੇਅਰ ਜੱਸਾ ਸਿੰਘ ਉੱਤੇ ਸੀ। ਉਹਨੇ ਪਰਿਵਾਰਵਾਦ ਨੂੰ ਮੁੱਖ ਨਹੀਂ ਰੱਖਿਆ। ਜਦੋਂ ਦਲ ਖਾਲਸਾ ਦਾ ਮੁਖੀ ਥਾਪਣ ਦਾ ਸਮਾਂ ਆਇਆ, ਆਪਦੀ ਥਾਂ ਤੇ ਜਥੇਦਾਰ ਥਾਪਣ ਦਾ ਸਮਾਂ ਆਇਆ, ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਕੌਮ ਦਾ ਆਗੂ ਦਿੱਤਾ। ਇਹ ਹੁੰਦੀ ਹੈ ਕੌਮ ਨੂੰ ਸਮਰਪਿਤ ਭਾਵਨਾ, ਕਿ ਇਹਦੇ 'ਚ ਮੇਰਾ ਨਹੀਂ, ਮੇਰੀ ਕੌਮ ਦਾ ਦੇਖਣਾ ਮੈਂ ਕੀ ਹੁੰਦਾ। ਸੋ ਇਹੋ ਜਿਹੇ ਢੰਗ ਦੇ ਨਾਲ ਇਹ ਸਿੱਖ ਸੀ ਜਿਹੜੇ ਪ੍ਰਚਾਰ ਕਰ ਰਹੇ ਨੇ, ਪ੍ਰਸਾਰ ਕਰ ਰਹੇ ਨੇ। ਅੱਜ ਇਹਨਾਂ ਦਾ ਮੀਨਿੰਗ ਆਪਣਾ ਇਹੀ ਹੁੰਦਾ ਗੱਲਾਂ ਕਰਨ ਦਾ, ਵੀ ਉਹਨਾਂ ਟਾਈਮਾਂ 'ਚ ਇਹੋ ਜਿਹੇ ਵਿਖੜੇ ਸਮਿਆਂ 'ਚ ਵੀ ਉਹ ਕੀ ਕਰ ਰਹੇ ਨੇ, ਤੇ ਅੱਜ ਸੁਖਾਲੇ ਸਮਿਆਂ 'ਚ ਆਪਾਂ ਕੀ ਕਰ ਰਹੇ ਹਾਂ। ਜਦੋਂ ਇਹਨਾਂ ਚੀਜ਼ਾਂ ਨੂੰ ਕੰਪੇਅਰ ਕਰਾਂਗੇ, ਸ਼ਾਇਦ ਸਾਡੇ 'ਚੋਂ ਕੁਛ ਨਾ ਕੁਛ ਉਹ ਚੀਜ਼ ਨੂੰ ਸੋਚਣ ਲਈ ਸਾਡਾ ਮਨ, ਸਾਡਾ ਦਿਮਾਗ ਉਸ ਪਾਸੇ ਨੂੰ ਤੁਰੇ ਕਿ ਸਾਨੂੰ ਕਰਨਾ ਕੀ ਚਾਹੀਦਾ ਤੇ ਕਰ ਕੀ ਰਹੇ ਹਾਂ। ਤੇ ਜਦੋਂ ਇਹਨਾਂ ਤੋਂ ਸਿੱਖਿਆ ਲਵਾਂਗੇ, ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇ, ਇਹਨਾਂ ਦਾ ਮੀਨਿੰਗ ਇਹ ਹੁੰਦਾ, ਜਿਹੜੀਆਂ ਕਹਾਣੀਆਂ ਹੁੰਦੀਆਂ ਨੇ, ਜਿਹੜੀਆਂ ਗਾਥਾਵਾਂ ਹੁੰਦੀਆਂ ਨੇ, ਜਿਹੜਾ ਉਹਨਾਂ ਯੋਧਿਆਂ ਦੇ ਜੀਵਨ ਨੇ, ਉਹਦਾ ਮਤਲਬ ਇਹ ਹੁੰਦਾ ਕਿ ਆਪਾਂ ਅੱਜ ਸੇਧ ਲੈਣੀ ਆ ਉਹਨਾਂ ਤੋਂ, ਅੱਜ ਕੀ ਕਰਨਾ ਤੇ ਉਦੋਂ ਕੀ ਕੀਤਾ, ਉਹਨਾਂ ਦੇ ਫੈਸਲੇ ਕੀ ਸੀ ਤੇ ਆਪਣੇ ਕੀ ਨੇ, ਉਹਨਾਂ ਨੇ ਕਿਵੇਂ ਕੀਤਾ ਤੇ ਆਪਾਂ ਨੂੰ ਕਿਵੇਂ ਕਰਨਾ ਚਾਹੀਦਾ। ਇਹ ਆਪਾਂ ਨੂੰ ਸੋਚਣ ਦੀ ਤੇ ਵਿਚਾਰਨ ਦੀ ਲੋੜ ਹੈ। ਸੋ ਇਹ ਸੀ ਘੱਲੂਘਾਰੇ ਦੀ ਵੱਡੀ ਘਟਨਾ, ਜਿਹੜੀ ਕਿ ਸਿੱਖ ਬੇਪਰਵਾਹ ਹੋ ਕੇ ਇਹਦੇ ਵਿੱਚੋਂ ਨਿਕਲੇ, ਭਾਵੇਂ ਵੱਡਾ ਨੁਕਸਾਨ ਹੋਇਆ, ਬਹੁਤ ਵੱਡਾ। ਔਰ ਇਦੋਂ ਬਾਅਦ ਸਿੱਖਾਂ ਨੇ ਫੇਰ ਤਾਕਤ ਫੜੀ। ਵੱਡਾ ਘੱਲੂਘਾਰਾ ਵੀ ਇਦੋਂ ਬਾਅਦ ਹੋਣਾ, ਪਰ ਉਦੋਂ ਪਹਿਲਾਂ ਹੋਰ ਵੀ ਘਟਨਾਵਾਂ ਘਟੀਆਂ ਨੇ। ਉਸ ਵੱਡਾ ਘੱਲੂਘਾਰਾ ਜਿਹੜਾ ਸਮਝ ਲਓ ਸਿੱਖਾਂ ਤੇ ਵੱਡੀ ਲਾਸਟ ਸੱਟ ਹੈ। ਉਸ ਤੋਂ ਬਾਅਦ ਖਾਲਸਾ ਰਾਜ ਕਿਵੇਂ ਕਾਇਮ ਹੋਇਆ, ਕਿੱਥੇ ਕਿੱਥੇ ਹੋਇਆ, ਮਿਸਲਾਂ ਪ੍ਰੋਪਰਲੀ ਕਿਵੇਂ ਹੋਂਦ 'ਚ ਆਈਆਂ, ਕਿਉਂਕਿ 11 ਮਿਸਲਾਂ ਹੁਣ ਬਣਨਗੀਆਂ। ਇਸ ਤੋਂ ਬਾਅਦ ਪਹਿਲਾਂ ਮਿਸਲਾਂ ਦੀ ਲਗਾਤਾਰ ਗਿਣਤੀ ਤੁਹਾਨੂੰ ਦੱਸਿਆ 32 ਜਥੇ ਨਵਾਬ ਕਪੂਰ ਸਿੰਘ ਨੇ ਬਣਾਏ, ਤੇ ਉਹਦੇ ਤੋਂ ਬਾਅਦ 65 ਤੋਂ ਲੈ ਕੇ 70 ਤੱਕ ਜਥੇ ਬਣ ਚੁੱਕੇ ਨੇ, ਛੋਟੀਆਂ ਮਿਸਲਾਂ ਜਿਹਨੂੰ ਕਹਿੰਦੀਆਂ, ਜਿਹਦੇ ਵਿੱਚੋਂ ਫਿਰ ਮਿਸਲਾਂ ਪ੍ਰਗਟ ਹੋਈਆਂ ਨੇ। ਪ੍ਰਗਟ ਵੀ ਕਾਹਦੀਆਂ ਹੋਈਆਂ, ਬਣਾਈਆਂ ਗਈਆਂ ਨੇ। ਤੇ ਉਹ ਮਿਸਲਾਂ ਕਿਵੇਂ ਬਣੀਆਂ, ਕਿਵੇਂ ਹੋਂਦ 'ਚ ਆਈਆਂ, ਕਿਵੇਂ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ, ਅਬਦਾਲੀ ਦਾ ਟਾਕਰਾ ਕਿਵੇਂ ਕੀਤਾ, ਅਗਲੀ ਵਾਰ ਸਾਂਝ ਕਰਾਂਗੇ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ, ਸਾਂਝਾਂ ਕਰਦੇ ਹਾਂ। ਬੜੀਆਂ ਘਾਟਾਂ ਰਹਿ ਜਾਂਦੇ ਨੇ, ਕਿਉਂਕਿ ਮੇਰੇ ਕੋਲ ਇੱਥੇ ਕਿਤਾਬਾਂ ਵਗੈਰਾ ਨਾ ਬਰਾਬਰੇ ਨੇ, 2-4 ਕੇ ਨੇ। ਸੋ ਬਹੁਤ ਸਾਰੀਆਂ ਘਟਨਾਵਾਂ ਹੋ ਸਕਦਾ ਵਿੱਚੋਂ ਮਿਸ ਹੋ ਜਾਣ, ਜਾਂ ਕੋਈ ਉੱਪਰ ਥੱਲੇ ਹੋ ਸਕਦੀ ਹੈ, ਕਈ ਵਾਰੀ ਕੋਈ ਇਤਿਹਾਸਕ ਤੌਰ 'ਤੇ ਤਰੁੱਟੀ ਰਹਿ ਸਕਦੀ ਹੈ। ਸੋ ਉਹਦੇ ਲਈ ਮੈਂ ਮਾਫੀ ਚਾਹੁੰਦਾ। ਕੋਸ਼ਿਸ਼ ਹੈ ਆਪਣੇ ਵੱਲੋਂ ਕਿ ਜਿੰਨਾ ਕੁ ਸਮਝ ਹੈ ਉਹਦੇ ਨਾਲ ਆਪਣੀ ਕੌਮ ਦਾ ਵਿਰਸਾ, ਆਪਣਾ ਇਤਿਹਾਸ ਸਾਂਝਾ ਕਰੀਏ। ਜਿੰਨੇ ਕੋਈ 1 ਦੇ ਜਾਂ 2 ਦੇ ਵੀ ਜੇ ਪੱਲੇ ਪੈ ਜਾਵੇ ਤਾਂ ਮੈਨੂੰ ਲੱਗਦਾ ਹੈ ਇਹ ਸੇਵਾ ਪ੍ਰਵਾਨ ਹੋਊਗੀ। ਸੋ ਇੰਨੀ ਕੋਈ ਬੇਨਤੀਆਂ ਪ੍ਰਵਾਨ ਨੇ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਸੇਵਾ ਲੈਂਦੇ ਰਹਿਣ। ਤੁਹਾਡਾ ਸਾਰਿਆਂ ਦਾ ਦਿਲੋਂ ਸਤਿਕਾਰ, ਦਿਲੋਂ ਪਿਆਰ, ਜਿਹੜੇ ਇੰਨਾ ਪਿਆਰ ਮਾਣ ਦਿੰਦੇ ਹੋ ਔਰ ਅੱਗੇ ਤੱਕ ਇਸ ਆਪਣੀ ਕੜੀ ਨੂੰ ਪਹੁੰਚਾਉਂਦੇ ਹੋ। ਸੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਗੇ। ਅਗਲੀ ਵਾਰੀ ਫੇਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।